ਸਤਨਾਮ ਵਾਹਿਗੁਰੂ ਸਾਹਿਬ ਜੀ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਤੁਮ ਦਾਤੇ ਠਾਕੁਰ ਪ੍ਰਤਪਾਲਕ, नायक खसम हमारे। निमख निमख तुम ही प्रतिपाल हो, हम बारिक तुमरे थारे। जिह्वा एक कवन गुण कहिए, बेसुमार बेअंत स्वामी। तिरुअंत ना किन्ही लहीए, बेसुमार अथाह अगनत अतुलै। ज्यो बुलावो त्यो नानक दास बोले। सतनाम वाहिगुरु साहिब जी। फरीदा बार पराए बैसणा, साई मुझे न दे। जे तू एवै रखसी, जियो शरीर हो लेहे। कंज कुहाड़ा सिर कड़ा, वाणी कै सर लोहार। फरीदा हाओ लोड़ी सहो अपना, तू लोड़हे अंग्यार। फरीदा इक ना आटा अगला, इक ना नाई लोण। अगे गए संजाप सन, चोटां खासी कौन। पास दे मामे छत सिर, पहेरी सडो रड़। जाए सुते जी राण मह, छीए अतीमा गढ़। वाहिगुरु जी का खालसा, वाहिगुरु जी की फतेह। धन धन सतगुरु गुरु गरीब निवाज, पतित पावन भगत वत्सल। कृपा निध दया निध करुणा निध सतगुरु श्री गुरु ग्रंथ साहिब जी दीन दयाल पातशाह, तिन्हां दी अपार मिहरामत है। सतगुरु साहिब जी ने अपनी पावन पवित्र मुबारक चरण शरण हजूरी के अंतर्गत सतसंगत रूप विच जुड़ बैठण दा, शब्द के अभ्यास नाल अपने मनुखा जीवन नूं अध्यात्मक अर्थां दे विच सफल करन दा अमोलक अवसर बख्शिश कीता है जी। आप जी बड़े सुभागशाली हो जो सतगुरु की रहमत नूं माणदिਆਂ ਹੋਇਆਂ
ਸਤਸੰਗਤ ਰੂਪ ਦੁਆਰਾ ਗੁਰੂ ਕੀ ਰਹਿਮਤ ਨੂੰ ਮਾਣਦਿਆਂ ਹੋਇਆਂ ਬੜੇ ਸੁਭਾਗਸ਼ਾਲੀ ਹੋ ਰਹੇ ਹੋ ਜੀ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਭਗਤ ਸਿਰਮੌਰ ਮਹਾਨ ਸੂਫੀ ਸੰਤ, ਮਹਾਨ ਦਰਵੇਸ਼ ਗੰਜੇ ਸ਼ਕਰ ਬਾਬਾ ਸ਼ੇਖ ਫਰੀਦ ਸਾਹਿਬ ਜੀ, ਤਿਨਾਂ ਦੇ ਪਾਵਨ ਸ਼ਲੋਕਾਂ ਦੀ ਆਪ ਜੀ ਲੜੀਵਾਰ ਵਿਚਾਰ ਸ਼ਰਵਣ ਕਰ ਰਹੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਰੀਦਾ ਬਾਰ ਪਰਾਇਐ ਬੈਸਣਾ, ਸਾਈਂ ਮੁਝੈ ਨ ਦੇਹ। ਬਾਬਾ ਫਰੀਦ ਸਾਹਿਬ ਜੀ ਅੱਜ ਵਾਲੇ ਸ਼ਲੋਕ ਦੇ ਅੰਤਰਗਤ ਬਖਸ਼ਿਸ਼ ਕਰਦਿਆਂ ਹੋਇਆਂ ਇੱਕ ਬੜੇ ਗੋਹਜ ਨੁਕਤੇ ਦੇ ਉੱਪਰ ਆਪਣਾ ਅਨੁਭਵ, ਸ਼ਬਦ ਅਨੁਭਵ ਸਾਡੇ ਸਮਕਸ਼ ਰੱਖ ਰਹੇ ਹਨ। ਜਗਤ ਦੇ ਵਿੱਚ ਕਿਸੇ ਵੀ ਵਸਤੂ ਨੂੰ ਦੇਖਦੇ ਹਾਂ, ਉਸ ਵਸਤੂ ਦਾ ਕੋਈ ਆਧਾਰ ਹੈ। ਆਧਾਰ ਦਾ ਭਾਵ ਜਿਸ ਦੇ ਉੱਪਰ ਉਹ ਵਸਤ ਟਿਕੀ ਹੋਈ ਹੈ। ਕੁਦਰਤੀ ਹੈ, ਇਹ ਆਕਾਸ਼ ਵੀ ਹੈ, ਇਹ ਹਵਾ ਦੇ ਗਿਲਾਫ ਦੇ ਸਹਾਰੇ ਜਿਹੜਾ ਹੈ ਟਿਕਿਆ ਹੋਇਆ ਹੈ। ਇਹ ਸ੍ਰਿਸ਼ਟੀ ਹੈ, ਪ੍ਰਿਥਵੀ ਹੈ, ਇਹ ਵੀ ਜਲ ਦੇ ਆਸਰੇ ਟਿਕੀ ਹੋਈ ਹੈ। ਹਰੇਕ ਚੀਜ਼ ਦਾ ਕੋਈ ਨਾ ਕੋਈ ਆਧਾਰ ਮੌਜੂਦ ਹੈ ਅਤੇ ਉਸੇ ਆਧਾਰ ਕਰਕੇ ਹੀ ਹਰੇਕ ਚੀਜ਼ ਆਪਣੇ ਜੀਵਨ ਦੀ ਜਿਹੜਾ ਸਿਲਸਿਲਾ ਹੈ, ਆਪਣੇ ਹੋਣ ਦਾ ਜਿਹੜਾ ਸਿਲਸਿਲਾ ਹੈ, ਉਹਨੂੰ ਪੂਰਨ ਸਮਝਦੀ ਹੈ। ਹੁਣ ਜਗਤ ਦੇ ਵਿੱਚ ਜਿੱਥੇ ਦੁਨਿਆਵੀ ਬੰਦਿਆਂ ਕੋਲੋਂ ਪਦਾਰਥਕ ਤਲ ਦੇ ਸਾਧਨ ਹੁੰਦੇ ਨੇ, ਉਹਨਾਂ ਕੋਲੋਂ ਆਪਣੇ ਤਮਾਮ ਐਸੇ ਵਸੀਲੇ ਹੁੰਦੇ ਨੇ ਜਿਨ੍ਹਾਂ ਦੇ ਨਾਲ ਉਹ ਆਪਣੇ ਜੀਵਨ ਨੂੰ ਬੜਾ ਸਹਿਲ ਬਣਾਉਂਦੇ ਨੇ ਅਤੇ ਜੀਵਨ ਪਰ ਉਹਨਾਂ ਵਸੀਲਿਆਂ ਦਾ ਗੁਮਾਨ ਵੀ ਕਰਦੇ ਹਨ। ਤਾਂ ਬਾਬਾ ਫਰੀਦ ਸਾਹਿਬ ਜੀ ਅੱਜ ਦੇ ਸ਼ਲੋਕ ਦੇ ਅੰਤਰਗਤ ਬਖਸ਼ਿਸ਼ ਕਰਦੇ ਹਨ ਕਿ ਜਦੋਂ ਜੀਵਨ 'ਚ ਲੋੜ ਵੜਨੀ ਹੈ, ਜਾਂ ਜਦੋਂ ਜੀਵਨ ਦੇ ਵਿੱਚ ਕੁਝ ਅਧੂਰਾਪਣ ਆਉਣਾ ਹੈ, ਜਾਂ ਜਦੋਂ ਜੀਵਨ ਨੇ ਕਾਲ ਦੀ ਮਾਰ ਹੇਠ ਹੋ ਕੇ ਕਿਸੇ ਐਸੀ ਸਥਿਤੀ ਦੇ ਵਿੱਚ ਫਸ ਜਾਣਾ ਹੈ ਜਿੱਥੇ ਜਾ ਕੇ ਉਹਦਾ ਭਰੋਸਾ, ਉਹਦੀ ਰਜਾ, ਉਹਦੇ ਅੰਦਰ ਦਾ ਬਣਿਆ ਹੋਇਆ ਵਿਸ਼ਵਾਸ ਡਗਮਗਾ ਜਾਵੇ। ਬਾਬਾ ਫਰੀਦ ਸਾਹਿਬ ਜੀ ਉਹਨਾਂ ਸਾਰੀਆਂ ਸਥਿਤੀਆਂ ਦੇ ਸਨਮੁਖ ਦੁਬਾਰਾ ਅਰਜ਼ ਕਰਦਿਆਂ ਕਿ ਲੋੜ ਦਾ ਜ਼ੋਰਾਵਾਰੀ ਰੂਪ ਜਿਹੜਾ ਬੰਦੇ ਦੇ ਅਕੀਦੇ ਨੂੰ ਡਲਾਉਣ ਲਈ ਮਜਬੂਰ ਕਰਦਾ ਹੈ, ਦੁੱਖ ਦਾ ਉਹ ਭਿਆਨਕ ਰੂਪ ਜਿਹੜਾ ਬੰਦੇ ਦੇ ਅੰਦਰ ਦੇ ਭਰੋਸੇ ਨੂੰ ਡਲਾ ਦਿੰਦਾ ਹੈ, ਅਤੇ ਜੀਵਨ ਦੀਆਂ ਬਣੀਆਂ ਹੋਈਆਂ ਉਹ ਕਾਲ ਵਾਲੀਆਂ ਸਾਰੀਆਂ ਸਥਿਤੀਆਂ ਜਿਹੜੀਆਂ ਮਨੁੱਖ ਨੂੰ ਇੱਕ ਧਰਤੀ ਦਾ ਕੀੜਾ ਬਣਾ ਕੇ ਰੱਖ ਦਿੰਦੀਆਂ ਹਨ। ਬਾਬਾ ਫਰੀਦ ਸਾਹਿਬ ਜੀ ਇਹਨਾਂ ਸਾਰੀਆਂ ਸਥਿਤੀਆਂ ਦੇ ਸਾਹਮਣੇ ਜਦੋਂ ਇਹਨਾਂ ਸਾਰੀਆਂ ਸਥਿਤੀਆਂ ਨੂੰ ਹੰਢਾ ਰਹੇ ਨੇ ਕਿ ਲੋੜ ਵੀ ਬੜਾ ਜ਼ੋਰਾਵਰ ਹੈ, ਦੁੱਖ ਦਾ ਵੀ ਬੜਾ ਵੱਡਾ ਪ੍ਰਭਾਵ ਹੈ, ਅਤੇ ਵਾਰ-ਵਾਰ ਕਾਲ ਜਿਹੜਾ ਹੈ ਕਿਸੇ ਨਾ ਕਿਸੇ ਰੂਪ 'ਚ ਆਪਣੀ ਮਾਰ ਦੇ ਹੇਠਾਂ ਕਰਨ ਦੇ ਲਈ ਯਤਨ ਕਰਦਾ ਹੈ। ਅਤੇ ਉਸ ਸਮੇਂ ਇੱਕ ਵੱਡੀ ਮੁਸੀਬਤ ਇਹ ਬਣਦੀ ਹੈ ਬੰਦੇ ਉੱਪਰ, ਉਹਨੂੰ ਕਿਸੇ ਦੂਜੇ ਦੇ ਅੱਗੇ ਜਾ ਕੇ ਖਲੋਣਾ ਪੈਂਦਾ ਹੈ, ਦੂਜੇ ਦੇ ਅੱਗੇ ਜਾ ਕੇ ਕੁਝ ਪੁਕਾਰ ਕਰਨੀ ਪੈਂਦੀ ਹੈ, ਦੂਜੇ ਦੀ ਸ਼ਰਨ ਲੈਣੀ ਪੈਂਦੀ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਗਤ 'ਚ ਚੱਲਦਾ ਹੈ, ਆਮ ਲੋਕ ਇੱਕ ਦੂਜੇ ਕੋਲੋਂ ਜਾਂਦੇ ਹਨ, ਪਰ ਜੀਵਨ ਦੇ ਵਿੱਚ ਜਿਨ੍ਹਾਂ ਨੇ ਭਗਤ ਰੂਪ ਹੋ ਕੇ ਅਕਾਲ ਪੁਰਖ ਦੇ ਭਰੋਸੇ ਨੂੰ ਸਿਰਮੌਰ ਜਾਣ ਲਿਆ, ਫਿਰ ਉਹ ਇਹਨਾਂ ਚੀਜ਼ਾਂ ਦੇ ਨਾਲ ਸਮਝੌਤਾ ਨਹੀਂ ਕਰਦੇ। ਭਾਵੇਂ ਜੀਵਨ ਕਿਤਨਾ ਵੀ ਦੁਖਦਾਈ ਹੋ ਜਾਏ, ਜੀਵਨ ਕਿਤਨਾ ਸੰਕਟਾਂ ਦੇ ਨਾਲ ਕਿਉਂ ਨਾ ਭਰ ਜਾਏ, ਪਰ ਦੂਜੇ ਅੱਗੇ ਪੁਕਾਰ ਕਰਨੀ, ਦੂਜੇ ਦੀ ਸ਼ਰਨ ਲੈਣੀ ਜਾਂ ਦੂਜੇ ਦੀ ਸ਼ਰਨ ਦੀ ਮਨ 'ਚ ਆਸ ਰੱਖਣੀ ਉਹਨਾਂ ਦੇ ਜੀਵਨ ਦੇ ਲਈ ਇੱਕ ਬੜੀ ਵੱਡੀ ਹਾਨੀ ਹੁੰਦੀ ਹੈ। ਤਾਂ ਕਰਕੇ ਬਾਬਾ ਫਰੀਦ ਸਾਹਿਬ ਜੀ ਅੱਜ ਦੇ ਸ਼ਲੋਕ ਵਿੱਚ ਜ਼ਿਕਰ ਕਰ ਰਹੇ ਹਨ, ਫਰੀਦਾ ਬਾਰ ਪਰਾਇਐ ਬੈਸਣਾ। ਕਿਸੇ ਦੂਜੇ ਦੇ ਦੁਆਰ 'ਤੇ ਬਾਬਾ ਫਰੀਦ ਸਾਹਿਬ ਜੀ ਅੱਲਾਹ ਤਾਲਾ ਦੇ ਸਨਮੁਖ ਆਖਦੇ ਹਨ ਕਿ ਜੇ ਮਾਲਕ ਕਿਸੇ ਦੂਜੇ ਦੇ ਦੁਆਰ ਅੱਗੇ ਲੋੜ ਕਰਕੇ, ਦੁੱਖ ਕਰਕੇ ਜਾਂ ਜੀਵਨ ਦੀ ਕਿਸੇ ਪਰਿਸਥਿਤੀ ਕਰਕੇ ਬੈਠਣਾ ਪਵੇ ਜਾਂ ਜਾਣਾ ਪਵੇ ਜਾਂ ਮਜਬੂਰ ਹੋ ਕੇ ਮਨੁੱਖ ਨੂੰ ਇੰਝ ਕੁਝ ਕਰਨਾ ਪਵੇ, ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਸਾਈਂ ਮੁਝੈ ਨਾ ਦੇ। ਮੈਨੂੰ ਐਸਾ ਜੀਵਨ ਪ੍ਰਵਾਨ ਨਹੀਂ ਜਿਹੜੇ ਜੀਵਨ ਦੇ ਵਿੱਚ ਬੰਦਾ ਲੋੜ ਦਾ ਗੁਲਾਮ ਹੋ ਕੇ ਆਪਣੇ ਭਰੋਸੇ ਨੂੰ ਆਕਾਸ਼ ਤੋਂ ਲਿਆ ਕੇ ਧਰਤੀ 'ਤੇ ਰੋਲਦਾ ਫਿਰੇ। ਐਸੇ ਦੁੱਖ ਦੀ ਵੀ ਕੋਈ ਪਰਿਸਥਿਤੀ ਦਾ ਡਰ ਨਹੀਂ ਜਿਹੜੇ ਦੁੱਖ ਕਰਕੇ ਅਕੀਦਾ ਜਾਂਦਾ ਰਹੇ ਅਤੇ ਬੰਦਾ ਕਿਸੇ
ਹੋਰ ਸ਼ਰਨ ਦੀ ਭਾਲ ਵਿੱਚ ਰਹੇ। ਕਿ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੇ ਮਾਲਕ ਤੇਰੇ ਇੰਨੇ ਰਚੇ ਹੋਏ ਜਗਤ ਕਰਕੇ, ਤੇਰੇ ਹੁਕਮ ਕਰਕੇ ਸਾਨੂੰ ਕਿਸੇ ਪਰਾਏ ਦੁਆਰ 'ਤੇ ਜਾ ਕੇ ਬੈਠਣਾ ਪੈਂਦਾ ਹੈ ਤਾਂ ਇਹ ਜੀਵਨ ਸਾਨੂੰ ਪ੍ਰਵਾਨ ਨਹੀਂ। ਇਸ ਕਰਕੇ ਜੇ ਤੂੰ ਇਹ ਵੈ ਰੱਖਸੀ, ਜੇ ਤੂੰ ਇਉਂ ਰੱਖਣਾ ਹੈ ਕਿ ਤੇਰੇ ਹੁਕਮ ਵਿੱਚ ਤੈਨੂੰ ਇਹ ਪਾਉਂਦਾ ਹੈ ਕਿ ਤੇਰੀ ਭਗਤੀ ਵਾਲਾ, ਤੇਰੇ ਉੱਪਰ ਵਿਸ਼ਵਾਸ ਵਾਲਾ ਸ਼ਖਸ ਦੁਆਰ ਦੁਆਰ 'ਤੇ ਖੁਆਰ ਹੁੰਦਾ ਫਿਰੇ, ਜਾਂ ਬੜੇ ਦੁਆਰਾਂ ਦੀ ਝਾਕ ਰੱਖਦਾ ਫਿਰੇ, ਜਾਂ ਉਹਨੂੰ ਬੜੇ ਦੁਆਰਾਂ 'ਤੇ ਬੈਠਣ ਦੇ ਲਈ, ਪੁਕਾਰ ਕਰਨ ਦੇ ਲਈ ਮਜਬੂਰ ਹੋਣਾ ਪਵੇ, ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੇ ਤਾਂ ਇੰਜ ਦਾ ਜੀਵਨ ਰੱਖਣਾ ਹੈ, ਇਸ ਜੀਵਨ ਨਾਲੋਂ ਇੱਕ ਹੋਰ ਸਥਿਤੀ ਹੈ ਜਿਹਦੀ ਮੰਗ ਕਰਦੇ ਹਾਂ, ਜੀਓ ਸਰੀਰ ਹੋਲੇ। ਆ ਜਿਹੜਾ ਜੀਵਨ ਹੈ ਇੰਜ ਦਾ ਇੰਜ ਹੀ ਵਾਪਸ ਲੈ ਲੈ, ਇਹਦੇ ਜਿਉਣ ਦਾ ਕੋਈ ਅਰਥ ਨਹੀਂ ਜੇ ਸਦਾ ਹੀ ਦੂਜੇ ਦੁਆਰਾਂ 'ਤੇ ਜਾ ਕੇ ਆਪਣੇ ਜੀਵਨ ਦੀ ਸੰਪੂਰਨਤਾ ਲੱਭਣੀ ਹੈ। ਇਹ ਇੱਕ ਭਗਤ ਇਹਨੂੰ ਅਸੀਂ ਇਸ ਸ਼ਲੋਕ ਦਾ ਅਨੁਭਵ ਇਹ ਵੀ ਹੈ ਕਿ ਦੁਨੀਆਦਾਰ ਦੇ ਕੋਲੋਂ ਜਿਵੇਂ ਸਾਡੀ ਵਾਕਫੀਅਤ ਹੁੰਦੀ ਹੈ ਕਿ ਸਾਡੀ ਪਦਾਰਥਕ ਲੋੜ ਪੂਰੀ ਕਰਨ ਵਾਲੇ ਕਿਹੜੇ ਸ਼ਖਸ ਨੇ, ਸਾਡੀ ਕਿਸੇ ਜਿਵੇਂ ਦੀ ਲੋੜ ਹੈ ਉਹ ਕਿਹੜੇ ਕਿਹੜੇ ਸ਼ਖਸ ਹਨ। ਕੁਦਰਤੀ ਜਦੋਂ ਕੋਈ ਵਿਪਤਾ ਬਣਦੀ ਹੈ ਅਸੀਂ ਉਹਨਾਂ ਨਾਲ ਸੰਪਰਕ ਸਾਧਦੇ ਹਾਂ, ਜਾਂ ਉਹਨਾਂ ਨੂੰ ਯਾਦ ਕਰਦੇ ਹਾਂ, ਜਾਂ ਉਹਨਾਂ 'ਤੇ ਭਰੋਸਾ ਜਤਲਾਉਂਦੇ ਹਾਂ, ਕਿਉਂਕਿ ਸਾਡਾ ਜੀਵਨ ਦੁਨਿਆਵੀ ਤਲਦਾ ਹੈ। ਪਰ ਇੱਕ ਭਗਤ ਨੇ ਜਿਹੜਾ ਰੱਬੀ ਵਿਸ਼ਵਾਸ ਵਿੱਚ ਪੈ ਚੁੱਕਿਆ ਹੁੰਦਾ ਹੈ, ਉਹਨੇ ਸਾਰਾ ਕੁਝ ਸਿਰਜਣਹਾਰ ਨੂੰ ਜਾਣਿਆ ਹੁੰਦਾ ਹੈ। ਅਸੀਂ ਤਾਂ ਜਿਸ ਸੰਸਾਰ ਦੇ ਤਲ 'ਤੇ ਵਿਸ਼ਵਾਸ ਬੰਨ੍ਹਦੇ ਹਾਂ, ਪਹਿਲਾਂ ਬੰਦੇ ਬਾਰੇ ਪੂਰੀ ਜਾਣਕਾਰੀ ਲੈਂਦੇ ਹਾਂ, ਚਾਹੇ ਉਹ ਸ਼ਾਹੂਕਾਰ ਹੋਵੇ, ਚਾਹੇ ਡਾਕਟਰ ਹੋਵੇ, ਚਾਹੇ ਕੋਈ ਸਿਆਣਾ ਪੁਰਖ ਹੋਵੇ, ਫਿਰ ਉਹਦੇ ਨਾਲ ਕੋਈ ਨਾਤਾ ਬਣਾਉਂਦੇ ਹਾਂ, ਫਿਰ ਜਾ ਕੇ ਉਹਦਾ ਵਿਸ਼ਵਾਸ ਸਾਡੇ ਮਨ ਅੰਦਰ ਵੱਜਦਾ ਹੈ, ਅਤੇ ਫਿਰ ਜੀਵਨ 'ਚ ਉਹਦੀ ਥੋੜ੍ਹੀ ਬਹੁਤੀ ਆਸ ਰੱਖਦੇ ਹਾਂ, ਜਾਂ ਥੋੜ੍ਹਾ ਬਹੁਤ ਉਹਦਾ ਖਿਆਲ ਰੱਖਦੇ ਹਾਂ। ਤਾਂ ਜਿਹੜਾ ਭਗਤ ਹੈ ਉਹਨੇ ਜਿਸ ਦੇ ਅੱਗੇ ਸਮਰਪਣ ਕੀਤਾ ਹੈ, ਜਿਸ ਹਸਤੀ ਦੇ ਅੱਗੇ ਉਹਨੇ ਪੂਰਾ ਸਮਰਪਣ ਕੀਤਾ ਹੈ, ਉਹਦਾ ਕੋਈ ਆਕਾਰ ਨਹੀਂ, ਕੋਈ ਰੂਪ ਨਹੀਂ, ਕੋਈ ਰੰਗ ਨਹੀਂ, ਕੋਈ ਦੇਸ਼ ਨਹੀਂ, ਕੋਈ ਵਿਸ਼ੇਸ਼ ਗੁਣ ਨਹੀਂ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੇ ਇੱਕ ਦੁਨਿਆਵੀ ਬੰਦੇ ਨੂੰ ਆਪਣੇ ਧਨ ਦੀ ਸਮਰੱਥਾ ਹੁੰਦਿਆਂ ਹੋਇਆਂ ਦੂਜੇ ਪਾਸ ਨਹੀਂ ਜਾਣਾ ਪੈਂਦਾ, ਤਾਂ ਮਾਲਕ ਜਿਨ੍ਹਾਂ ਕੋਲ ਤੇਰਾ ਭਰੋਸਾ ਹੈ, ਜਿਨ੍ਹਾਂ ਕੋਲੋਂ ਤੇਰੇ ਸਰਬ ਗੁਣਾ ਭੰਡਾਰ ਖਜ਼ਾਨੇ ਦਾ ਇੱਕ ਧੀਰਜ ਹੈ, ਉਹ ਕਿਸੇ ਦੁਆਰ ਦੇ ਜਾ ਕੇ ਮੁਥਾਜ ਕਿਉਂ ਹੋਣ। ਇਸ ਕਰਕੇ ਬਾਬਾ ਇਹ ਭਗਤ ਦੇ ਵੱਡੇ ਅਨੁਭਵ ਦੀ ਮਿਸਾਲ ਹੈ, ਜਿਹਦੇ ਵਿੱਚ ਉਹ ਆਪਣੇ ਭਰੋਸੇ ਨੂੰ, ਆਪਣੇ ਅਕੀਦੇ ਨੂੰ, ਆਪਣੇ ਵਿਸ਼ਵਾਸ ਨੂੰ ਅਤੇ ਆਪਣੇ ਅੰਦਰ ਦੀ ਸਿਧਾਂਤਕ ਉਚਾਈ ਜਿਹੜੀ ਉਹਨੇ ਪਰਮੇਸ਼ਰ ਨਾਲ ਜੁੜ ਕੇ ਕਮਾਈ ਹੁੰਦੀ ਹੈ, ਉਹਨੂੰ ਉਹ ਕਦੇ ਵੀ ਡੋਲਣ ਨਹੀਂ ਦਿੰਦਾ, ਅਤੇ ਇਹੀ ਇੱਕ ਫਕੀਰ ਦੇ ਜੀਵਨ ਦੀ ਕਮਾਈ ਹੁੰਦੀ ਹੈ। ਦੁਨਿਆਵੀ ਬੰਦਿਆਂ ਕੋਲੋਂ ਕਮਾਈ ਕੀ ਹੈ, ਖੁਦ ਪਦਾਰਥ ਹੋਏਗਾ, ਬੜਾ ਵੱਡਾ ਆਲਮ ਉਹਨਾਂ ਦੇ ਨਾਲ ਚੱਲਣ ਲਈ ਰਾਜੀ ਹੋਏਗਾ, ਪਰ ਇੱਕ ਭਗਤ ਦੇ ਕੋਲ ਕਮਾਈ ਹੁੰਦੀ ਹੈ ਕਿ ਉਹਨੇ ਭਰੋਸੇ ਦੇ ਵਿੱਚ, ਵਿਸ਼ਵਾਸ ਦੇ ਵਿੱਚ ਅਤੇ ਬੰਦਗੀ ਦੇ ਵਿੱਚ ਪੂਰੇ ਦਾ ਪੂਰਾ ਆਪਣੇ ਆਪ ਨੂੰ ਫਨਾਹ ਕਰਕੇ ਅਤੇ ਮਾਲਕ ਦਾ ਰੂਪ ਧਾਰਨ ਕੀਤਾ ਹੁੰਦਾ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ, ਫਰੀਦਾ ਬਾਰ ਪਰਾਇਐ ਬੈਸਣਾ ਸਾਈਂ ਮੁਝੈ ਨ ਦੇਹੇ। ਜੇ ਇਹ ਦੁਆਰ ਛੱਡ ਕੇ ਹੁਣ ਕੁਦਰਤੀ ਹੈ, ਇਹਦਾ ਇਤਿਹਾਸਕ ਭਾਵ ਵੀ ਰੱਖਦੇ ਹਾਂ। ਬਾਬਾ ਫਰੀਦ ਸਾਹਿਬ ਜੀ ਜਦੋਂ ਉਹਨਾਂ ਨੂੰ ਆਪਣੇ ਮੁਰਸ਼ਿਦ ਵੱਲੋਂ ਸਾਰਾ ਉਹਨਾਂ ਦੇ ਅਗਲੇ ਸਿਲਸਿਲੇ ਦੀ ਜ਼ਿੰਮੇਵਾਰੀ ਮਿਲੀ, ਆਪਣੇ ਮੁਰਸ਼ਿਦ ਦੀ ਥਾਂ 'ਤੇ ਉੱਤਰਾਧਿਕਾਰੀ ਬਣੇ, ਉਦੋਂ ਹਮੀਦੁਦੀਨ ਨਾਗੌਰੀ ਨੂੰ ਥੋੜ੍ਹਾ ਇਤਰਾਜ਼ ਹੋਇਆ। ਹਮੀਦੁਦੀਨ ਨਾਗੌਰੀ ਨੂੰ ਇਤਰਾਜ਼ ਹੋਇਆ ਵੀ ਮੈਨੂੰ ਮਿਲਣੀ ਚਾਹੀਦੀ ਸੀ, ਬਾਬਾ ਫਰੀਦ ਸਾਹਿਬ ਜੀ ਨੂੰ ਕਿਉਂ ਮਿਲੀ। ਜਦੋਂ ਹੀ ਬਾਬਾ ਫਰੀਦ ਸਾਹਿਬ ਜੀ ਨੂੰ ਪਤਾ ਲੱਗਾ ਕਿ ਜਿਹੜੀ ਉੱਤਰਾਧਿਕਾਰੀ ਆਪਣੇ ਮੁਰਸ਼ਿਦ ਖਵਾਜਾ ਕੁਤਬੁਦੀਨ ਬਖਤਿਆਰ ਕਾਕੀ ਦੀ, ਉਹ ਹਮੀਦੁਦੀਨ ਨਾਗੌਰੀ, ਕਿਉਂਕਿ ਉਹੀ ਸੇਵਾ ਕਰਦਾ ਰਿਹਾ ਸੀ ਦਿੱਲੀ ਵਿਖੇ ਰਹਿ ਕੇ, ਬਾਬਾ ਫਰੀਦ ਸਾਹਿਬ ਜੀ ਨੇ ਉਹ ਸਾਰੀਆਂ ਵਸਤਾਂ ਜਿਹੜੀਆਂ ਸਨ ਉਹਨੂੰ ਲੌਟਾ ਦਿੱਤੀਆਂ ਅਤੇ ਕਹਿਣ ਲੱਗੇ ਤੂੰ ਮੇਰਾ ਗੁਰ ਭਾਈ ਹੈ, ਤੂੰ ਹੀ ਇੱਥੋਂ ਦਾ ਮੁਖੀ ਬਣਿਆ ਰਹਿ, ਮੈਂ ਚੱਲਦਾ ਹਾਂ। ਚੱਲਦੇ ਚੱਲਦੇ ਹਾਂਸੀ ਆ ਗਏ। ਹਾਂਸੀ ਜਦੋਂ ਪਤਾ ਲੱਗਾ ਕਿ ਬਾਬਾ ਫਰੀਦ ਸਾਹਿਬ ਜੀ ਚਿਸ਼ਤੀ ਸਿਲਸਿਲੇ ਦੇ ਮੁਖੀ ਬਣ ਗਏ ਨੇ, ਇੱਥੋਂ ਦੇ ਵੀ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਕੁਦਰਤੀ ਹੈ, ਬੰਦੇ ਦਾ ਜੀਵਨ ਦੀ ਪ੍ਰਤਿਭਾ ਵਧੇ, ਵਿਰੋਧ ਵੀ ਵੱਧਦਾ ਹੈ। ਹਾਂਸੀ ਛੱਡ ਕੇ ਅਜੋਧਨ ਆ ਗਏ। ਅਜੋਧਨ ਦੇ ਵੀ ਜਿਹੜਾ ਇੱਕ ਫੌਜਦਾਰ ਸੀ, ਜਾਂ ਜਿਹੜਾ ਉੱਥੋਂ ਦਾ ਕਾਜੀ ਸੀ, ਉਹਨੇ ਵੀ ਜੀਵਨ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਅਤੇ ਬਾਬਾ ਫਰੀਦ ਸਾਹਿਬ ਜੀ ਬਿਲਕੁਲ ਇੱਕ ਸੁੰਨਸਾਨ, ਇੱਕ ਹੁੰਦਾ ਇਲਾਕਾ ਜਿਹੜਾ ਜਿੱਥੇ ਮਨੁੱਖ ਵੱਸ ਰਹੇ ਨੇ, ਸੰਘਣੇ ਘਰ ਨੇ, ਇੱਕ ਹੁੰਦਾ ਉਸੇ ਹੀ ਨਗਰ ਦਾ ਕੋਈ ਥੋੜ੍ਹਾ ਦੂਰ ਹਿੱਸਾ, ਕੁਝ ਕੁ ਮੀਟਰ ਦੀ ਦੂਰੀ 'ਤੇ, ਜਿਹੜਾ ਬਿਲਕੁਲ ਬੀਆਬਾਨ ਹੋਵੇ, ਕੇਵਲ ਜੰਗਲ ਅਤੇ ਪਸ਼ੂਆਂ ਤੋਂ ਇਲਾਵਾ ਕੋਈ ਹੋਂਦ ਨਾ ਹੋਵੇ। ਉੱਥੇ ਆ ਕੇ ਬਾਬਾ ਫਰੀਦ ਸਾਹਿਬ ਜੀ ਬੈਠ ਗਏ ਅਤੇ ਫਿਰ ਉਹਨਾਂ ਨੇ ਸਾਰਾ ਜੀਵਨ ਉੱਥੇ ਹੀ ਬਤੀਤ ਕੀਤਾ। ਤਾਂ ਬਾਬਾ ਫਰੀਦ ਸਾਹਿਬ ਜੀ ਦੇ ਇਸ ਸ਼ਲੋਕ ਦਾ ਅਨੁਭਵ
ਉਹਨਾਂ ਦੇ ਜੀਵਨ ਦੀਆਂ ਇਤਿਹਾਸਕ ਪ੍ਰਸਥਿਤੀਆਂ ਦੇ ਵਿੱਚੋਂ ਵੀ ਲੰਘਦਾ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਫਰੀਦਾ ਬਾਰ ਪਰਾਇਐ ਬੈਸਣਾ ਸਾਈਂ ਮੁਝੈ ਨਾ ਦੇ। ਜੇ ਬਾਰ-ਬਾਰ ਕਿ ਹਰ ਦੁਆਰ 'ਤੇ ਉੱਠ ਕੇ ਕਦੇ ਉੱਥੇ ਜਾਣਾ ਪਵੇ, ਕਦੇ ਉੱਥੇ ਜਾਣਾ ਪਵੇ, ਤਾਂ ਇਹ ਕੁਝ ਸਾਨੂੰ ਇਹੋ ਜਿਹਾ ਜੀਵਨ ਨਹੀਂ ਚਾਹੀਦਾ। ਭਗਤ ਦਾ ਇੱਕ ਸਵੈ ਮਾਣ ਹੁੰਦਾ ਹੈ, ਪਰ ਭਗਤ ਦਾ ਸਵੈ ਮਾਣ ਕਿਸੇ ਪਦਾਰਥ 'ਤੇ ਜਾਂ ਕਿਸੇ ਦੁਨਿਆਵੀ ਮਨੁੱਖ 'ਤੇ ਜਾਂ ਕਿਸੇ ਦੁਨਿਆਵੀ ਬਾਦਸ਼ਾਹ ਦੇ ਉੱਪਰ ਆਧਾਰਿਤ ਨਹੀਂ ਹੁੰਦਾ। ਉਹਦਾ ਸਵੈ ਮਾਣ ਜਿਹੜਾ ਕੁੱਲ ਦੁਨੀਆ ਦੀ ਬਾਦਸ਼ਾਹਤ ਦਾ ਮਾਲਕ ਹੈ ਉਹਦੇ ਉੱਪਰ ਹੈ। ਉਹਨੂੰ ਆਪਣੇ ਜੀਵਨ ਦੀ ਜਿਹੜੀ ਵੱਡੀ ਓਟ ਹੈ ਉਹ ਪਰਮੇਸ਼ਰ ਦਾ ਜਿਹੜਾ ਘੱਟ ਵਿਆਪਕ ਰੂਪ ਹੈ ਉਹ ਉਹਦੇ ਉੱਪਰ ਆਸ ਰੱਖਦੇ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਬਾਰ ਪਰਾਇਐ ਬੈਸਣਾ। ਹੁਣ ਬਾਬਾ ਫਰੀਦ ਸਾਹਿਬ ਜੀ ਨੇ 'ਚ ਬੜੀ ਗਹਿਰੀ ਰਮਜ ਕਹੀ ਹੈ। ਕਈ ਵਾਰੀ ਕੀ ਹੁੰਦਾ ਹੈ ਕਿ ਜਿਹੜੇ ਵੱਡੇ ਅਧਿਆਤਮ ਪੁਰਖ ਨੇ, ਸਾਡਾ ਜੀਵਨ ਉਹਨਾਂ ਬਰਾਬਰ ਕਿਉਂ ਨਹੀਂ ਹੁੰਦਾ, ਇੱਕ ਸਮੱਸਿਆ ਰਹਿੰਦੀ ਹੈ। ਅਸੀਂ ਉਹਨਾਂ ਦੀ ਗੱਲ ਨੂੰ ਪੜ੍ਹਦੇ ਸੁਣਦੇ ਹਾਂ, ਥੋੜ੍ਹਾ ਬਹੁਤਾ ਜਾਣਨ ਦਾ ਵੀ ਯਤਨ ਕਰਦੇ ਹਾਂ, ਪਰ ਸਾਡਾ ਜੀਵਨ ਉਹਨਾਂ ਦੇ ਜੀਵਨ ਦੇ ਕੋਈ 5-10% ਵੀ ਉਹਨਾਂ ਦੇ ਤਰਫ ਵਾਂਗ ਨਹੀਂ ਚੱਲਦਾ। ਕਾਰਨ ਕੀ ਹੈ? ਕਾਰਨ ਇਹ ਹੈ ਕਿ ਅਸੀਂ ਉਹਨਾਂ ਦੇ ਅਨੁਭਵ ਦੀਆਂ ਜਿੰਨੀਆਂ ਪਰਤਾਂ ਨੇ ਉਹਨਾਂ ਸਾਰੀਆਂ ਨੂੰ ਇੱਕੋ ਵਾਰੀ ਆਪਣੀ ਬੁੱਧ ਵਿੱਚ ਸਮਾਉਣ ਤੋਂ ਅਸਮਰੱਥ ਰਹਿ ਜਾਂਦੇ। ਸਾਡੀ ਇਤਨੀ ਵੱਡੀ ਅਨੁਭਵ ਦੀ ਸਮਝ ਦੀ ਸਮਰੱਥਾ ਨਹੀਂ ਕਿ ਜਿਹੜਾ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਬਾਰ ਪਰਾਇਐ ਬੈਸਣਾ, ਕਿ ਇਹਦੀ ਗਹਿਰੀ ਰਮਜ ਕੀ ਹੈ। ਬਾਰ ਪਰਾਇਐ ਬੈਸਣਾ ਦੇ ਵਿੱਚ ਬਾਬਾ ਫਰੀਦ ਸਾਹਿਬ ਜੀ ਨੇ 2 ਸਥਿਤੀਆਂ ਦਾ ਗਿਆਨ ਕਰਵਾਇਆ। ਇੱਕ ਹੈ ਬੰਦੇ ਦੀ ਉਹ ਹੋਂਦ ਜਿਹਦੇ ਵਿੱਚ ਉਹਨੂੰ ਵਿਸ਼ਵਾਸ ਹੈ ਕਿ ਉਹ ਅਕਾਲ ਪੁਰਖ ਦਾ ਰੂਪ ਹੈ ਅਤੇ ਅਕਾਲ ਪੁਰਖ ਹੀ ਉਹਦਾ ਪ੍ਰਤਪਾਲਣਹਾਰ ਹੈ ਅਤੇ ਅਕਾਲ ਪੁਰਖ ਨੇ ਹੀ ਉਹਦੇ ਸਮੁੱਚੇ ਜੀਵਨ ਦਾ ਮਾਲਕ ਹੈ। ਦੂਜਾ, ਉਹ ਭਗਤੀ ਦੇ ਮਾਰਗ 'ਤੇ ਚੱਲ ਗਿਆ, ਇਸ ਕਰਕੇ ਉਹਨੂੰ ਇੱਕ ਦਾ ਹੀ ਹੋ ਕੇ ਰਹਿਣਾ ਪਏਗਾ। ਪਹਿਲਾ ਜੀਵਨ ਦੀ ਸਥਿਤੀ ਇਹ ਹੈ। ਦੂਜੀ ਜੀਵਨ ਦੀ ਸਥਿਤੀ ਹੈ ਕਿ ਉਹ ਕਾਇਆ ਵਿੱਚ ਉਤਰਿਆ ਹੈ। ਜਿਹੜੀ ਜੋਤ ਰੂਪ ਹੈ ਉਹ ਕਾਇਆ ਵਿੱਚ ਉਤਰੀ ਹੈ ਅਤੇ ਕਾਇਆ ਦੀਆਂ ਲੋੜਾਂ ਹਨ ਭੁੱਖ, ਅਤੇ ਕਾਇਆ ਦੀ ਮੁਸ਼ਕਿਲ ਹੈ ਦੁੱਖ, ਅਤੇ ਕਾਇਆ ਦਾ ਵੱਡਾ ਸੰਤਾਪ ਹੈ ਮਾਨਸਿਕ ਤੌਰ 'ਤੇ ਜਿਹੜਾ ਬੰਦੇ ਦਾ ਚਿੰਤਾਵਾਨ ਹੋਣਾ ਜਾਂ ਜੀਵਨ ਦੇ ਵਿੱਚ ਮੌਤ। ਇਹ ਵੀ ਚੀਜ਼ਾਂ ਅਟੱਲ ਨੇ, ਦੁੱਖ ਵੀ ਅਟੱਲ ਹੈ, ਭੁੱਖ ਵੀ ਹੈ, ਮੌਤ ਵੀ ਹੈ। ਇਹ ਸਾਰੀਆਂ ਚੀਜ਼ਾਂ ਫਿਰ ਉਹਦੇ ਅੰਦਰਲੇ ਵਿਸ਼ਵਾਸ ਨੂੰ ਧਰਤੀ 'ਤੇ ਲਿਆ ਕੇ ਮਸਲਣਾ ਚਾਹੁੰਦੀਆਂ ਨੇ। ਮਤਲਬ ਉਹਨੇ ਆਪਣਾ ਵਿਸ਼ਵਾਸ ਕਮਾਇਆ ਕਿ ਮੈਨੂੰ ਭੁੱਖ ਵੀ ਨਹੀਂ ਡੁਲਾ ਸਕਦੀ। ਭੁੱਖ ਦਾ ਦੁੱਖ ਵੀ ਉਹਨੂੰ ਮਜਬੂਰ ਕਰਦਾ। ਫਿਰ ਉਹ ਬੰਦਗੀ ਦੇ ਮਾਰਗ ਤੋਂ ਉਹਦਾ ਅਕੀਦਾ ਡੋਲਦਾ ਹੈ, ਕਿਸੇ ਦੂਜੇ ਦੁਆਰ ਜਾ ਕੇ ਉਹਨੂੰ ਮੰਗਣਾ ਪੈਂਦਾ ਜਾਂ ਦੂਜੇ ਦੁਆਰ 'ਤੇ ਜਾ ਕੇ ਕੁਝ ਜਾਚਨਾ ਕਰਨੀ ਪੈਂਦੀ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹਦੇ ਨਾਲ ਵੀ ਸਹਿਮਤ ਨੇ ਕਿ ਜਿਹੜਾ ਕੁਦਰਤੀ ਹੈ, ਮੈਂ ਬੰਦਗੀ ਦਾ ਆਹਾਰ ਲਿਆ, ਮੇਰੀ ਭੋਜਨ ਦੀ ਪੂਰਤੀ ਵੀ ਬੰਦਗੀ ਵਿੱਚੋਂ ਹੀ ਹੋਵੇ, ਭੋਜਨ ਦੀ ਪੁਕਾਰ ਕਰਨੀ ਵੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਦਾ ਅਨੁਭਵ ਥੋੜ੍ਹਾ ਜਿਹਾ ਇਸ ਦੇ ਨਾਲ ਜੁੜਦਾ ਹੈ। ਉਹਨਾਂ ਨੇ ਬੜੀ ਕਮਾਲ ਦੀ ਗੱਲ ਕਹੀ ਹੈ ਕਿ ਊਚ ਭਵਨ ਕਨ ਕਾਮਨੀ ਸਿਖਰ ਤਜਾ ਪਹਿਰਾਏ, ਤਾਂ ਤੇ ਭਲੀ ਮਧੂਕਰੀ ਸੰਤ ਸੰਗ ਗੁਣ ਗਾਏ। ਕਿ ਜੀਵਨ ਦੇ ਵੱਡੇ ਪਸਾਰ ਦੇ ਨਾਲ ਜੇ ਕਿਤੇ ਸੁੱਖ ਬਣਦਾ ਹੋਵੇ ਉਹਦੇ ਨਾਲ ਛੋਟਾ ਕਰਨਾ ਠੀਕ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਹੜੀ ਸਰੀਰਕ ਭੁੱਖ ਨੇ ਪੈਦਾ ਹੋਣਾ ਹੈ, ਉਸ ਭੁੱਖ ਕਰਕੇ ਕੋਈ ਦੂਸਰੇ ਦੇ ਪਾਸ ਜਾ ਕੇ ਪੁਕਾਰ ਕਰਨੀ ਹੈ, ਇਹ ਵੀ ਸਾਨੂੰ ਪ੍ਰਵਾਨ ਨਹੀਂ। ਮਤਲਬ ਭੁੱਖ ਵੀ ਉਹਨਾਂ ਦੇ ਅਕੀਦੇ ਨੂੰ ਡੁਲਾ ਨਹੀਂ ਸਕਦੀ। ਹੁਣ ਦੁੱਖ ਦਾ ਭਾਵ ਹੈ ਬਾਬਾ ਫਰੀਦ ਸਾਹਿਬ ਜੀ ਦੇ 2 ਪੁੱਤਰ ਉਹਨਾਂ ਦੇ, ਇੱਕ ਬਚਪਨ ਦੇ ਵਿੱਚ, ਇੱਕ ਨੌਜਵਾਨੀ ਅਵਸਥਾ ਦੇ ਵਿੱਚ ਅਕਾਲ ਚਲਾਣਾ ਕਰ ਗਏ ਸਨ। ਪਤਨੀ ਵੀ ਕਰ ਗਈ ਸੀ। ਸਭ ਤੋਂ ਵੱਡੀ ਗੱਲ, ਉਹਨਾਂ ਦਾ ਸਭ ਤੋਂ ਪਿਆਰਾ ਮੁਰਸ਼ਿਦ ਜਿਹੜਾ ਸੀ ਜਮਾਲੂਦੀਨ ਹੰਸ, ਉਹ ਵੀ ਚਲਾਣਾ ਕਰ ਗਿਆ ਸੀ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਿ ਜਿਹੜਾ ਦੁੱਖ ਹੈ ਇਹ ਵੀ ਬੰਦੇ ਦੇ ਅੰਦਰ ਨੂੰ ਤੋੜਦਾ ਹੈ। ਉਹਦੇ ਅੰਦਰ ਦੇ ਬਣੇ ਹੋਏ ਭਰੋਸੇ ਦੀ ਜਿਹੜੀ ਮਜ਼ਬੂਤੀ ਹੈ ਉਹਨੂੰ ਖੋਰਾ ਲਾਉਣਾ ਸ਼ੁਰੂ ਕਰ ਦਿੰਦਾ। ਇਸ ਕਰਕੇ ਜੇ ਦੁੱਖ ਕਰਕੇ ਵੀ ਕਿਸੇ ਦੂਜੀ ਜਗ੍ਹਾ ਪੁਕਾਰ ਕਰਨੀ ਪਵੇ, ਮਾਲਕ ਤੇਰੇ ਤੋਂ ਇਲਾਵਾ, ਉਹ ਵੀ ਪ੍ਰਵਾਨ ਨਹੀਂ। ਤਾਂ ਉਸ ਤੋਂ ਅੱਗੇ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਦੁੱਖ, ਭੁੱਖ ਅਤੇ ਜਿਹੜੇ ਜੀਵਨ ਦਾ ਵੱਡਾ ਮੌਤ ਦਾ ਸੰਕਟ ਹੈ, ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਛੱਡ ਕੇ ਜਿਹੜਾ ਬੰਦਾ ਕਿਸੇ ਹੋਰ ਤਰਫ ਦੀ ਸ਼ਰਨ ਰੱਖਦਾ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹੋ ਜਿਹਾ ਜੀਵਨ ਮੈਨੂੰ ਘੱਟੋ ਘੱਟ ਪ੍ਰਵਾਨ ਨਹੀਂ, ਕਿਉਂਕਿ ਮੈਂ ਤੇਰੇ ਉੱਪਰ ਪੂਰਾ ਦਾ ਭਰੋਸਾ ਟਿਕਾਇਆ। ਬੀਬੀ ਰਾਬੀਆ ਅਲ ਬਸਰੀ ਦੇ ਜੀਵਨ 'ਚ ਬੜੀ ਕਮਾਲ ਦੀ ਗੱਲ ਹੁੰਦੀ। ਉਹ ਛੋਟੀ ਸੀ, ਮਾਤਾ ਪਿਤਾ ਅਕਾਲ ਚਲਾਣਾ ਕਰ ਗਏ। ਕਿਸੇ ਨੇ ਛੋਟੀ ਨੂੰ ਫੜ ਕੇ ਕਿਸੇ ਗੁਲਾਮ ਪਾਸ ਵੇਚ ਦਿੱਤਾ, ਗੁਲਾਮ ਦੇ ਤੌਰ 'ਤੇ। ਛੋਟੀ ਸੀ ਉਮਰ ਦੀ, ਅਜੇ 5-7 ਸਾਲ ਦੀ ਸੀ ਸਾਰੀ, ਅਤੇ ਇਬਾਦਤ ਉਹਨੂੰ ਕੁਦਰਤੀ ਅੱਲਾਹ ਤਾਲਾ ਵੱਲੋਂ ਨਸੀਬ ਸੀ। ਤਾਂ ਸਾਰਾ ਦਿਨ ਗੁਲਾਮੀ ਕਰਦਿਆਂ, ਜਿਸ ਦੇ ਕੋਲ ਗੁਲਾਮੀ ਕਰਦੀ ਸੀ, ਸਾਰਾ ਦਿਨ ਉਹਨੇ
ਉਹਦੇ ਕੰਮਕਾਰ ਕਰਨੇ, ਥੱਕ ਜਾਣਾ, ਬੜੀ ਬੁਰੀ ਹਾਲਤ ਹੋ ਜਾਣੀ। ਪਰ ਰਾਤ ਜਦੋਂ ਜੰਮੇ ਉਹਦੇ ਮਾਲਕ ਨੇ ਸੌਂ ਜਾਣਾ ਬੀਬੀ ਰਾਬੀਆ ਦੇ ਨੇ, ਤਾਂ ਉਹਨੇ ਉੱਠ ਕੇ ਰਾਤ ਇਬਾਦਤ ਦੇ ਵਿੱਚ ਜੁੜ ਬਹਿਣਾ। ਬੜਾ ਸਮਾਂ ਇੰਝ ਚੱਲਦਾ ਰਿਹਾ। ਇੱਕ ਦਿਨ ਉਸ ਮਾਲਕ ਨੂੰ ਨੀਂਦ ਨਹੀਂ ਸੀ ਆ ਰਹੀ ਜਿਹਦੇ ਪਾਸ ਬੀਬੀ ਰਾਬੀਆ ਨੂੰ ਗੁਲਾਮ ਬਣਾਇਆ ਹੋਇਆ ਸੀ। ਰਾਤ ਉੱਠ ਕੇ ਉਹਨੇ ਦੇਖਿਆ ਕਿ ਜਿਸ ਜਗ੍ਹਾ ਰਾਬੀਆ ਇਬਾਦਤ ਕਰ ਰਹੀ ਹੈ, ਅੱਲਾਹ ਤਾਲਾ ਦੀ ਇਬਾਦਤ ਵਿੱਚ ਜੁੜੀ ਹੋਈ ਹੈ, ਉਸ ਜਗ੍ਹਾ ਹਨੇਰੇ ਦੇ ਬਾਵਜੂਦ ਵੀ ਚਾਨਣ ਪ੍ਰਤੀਤ ਹੋ ਰਿਹਾ। ਅਤੇ ਉਹਨੇ ਜਾ ਕੇ ਪ੍ਰਭਾਵਿਤ ਹੋਇਆ, ਥੋੜ੍ਹਾ ਨੇੜੇ ਜਾ ਕੇ ਦੇਖਿਆ। ਉੱਥੇ ਜਾ ਕੇ ਦੇਖਿਆ ਕਿ ਬੀਬੀ ਰਾਬੀਆ ਅਲ ਬਸਰੀ ਦੀ ਅਰਦਾਸ ਵਿੱਚ ਜ਼ਿਕਰ ਸੀ। ਅਰਦਾਸ ਵਿੱਚ ਉਹ ਇਹ ਕਹਿ ਰਹੀ ਸੀ, ਦੁਆ ਦੇ ਵਿੱਚ, ਪ੍ਰਾਰਥਨਾ ਦੇ ਵਿੱਚ, ਕਿ ਹੇ ਖੁਦਾਇਆ, ਹੇ ਮਾਲਕ, ਤੇਰੇ ਪ੍ਰਾਣ ਦਿੱਤੇ ਹੋਏ ਹਨ ਮੈਨੂੰ 24 ਘੰਟੇ ਦੇ ਲਈ, ਪਰ ਮੈਂ ਕੀ ਕਰਾਂ? ਮੈਂ ਦੁਨੀਆ ਦੀ ਜਿਹੜੀ ਹੈ ਗੁਲਾਮੀ ਦੇ ਵਿੱਚ ਪਈ ਹੋਈ ਹਾਂ, ਅਤੇ ਗੁਲਾਮੀ ਵਿੱਚ ਰਹਿੰਦਿਆਂ ਹੋਇਆਂ ਮੈਨੂੰ 12 ਘੰਟੇ ਦੁਨਿਆਵੀ ਗੁਲਾਮੀ 'ਚ ਕੱਢਣੇ ਪੈਂਦੇ ਨੇ। ਇਸ ਕਰਕੇ ਮੈਂ 12 ਘੰਟੇ ਤੇਰੀ ਬੰਦਗੀ ਤੋਂ ਦੂਰ ਰਹਿੰਦੀ ਹਾਂ। ਕਿਰਪਾ ਕਰਕੇ ਜਿਹੜਾ ਮੇਰਾ ਸਮਾਂ ਖਰਾਬ ਹੋ ਰਿਹਾ ਜਾਂ ਕਿਸੇ ਅਰਥ ਨਹੀਂ ਲੱਗ ਰਿਹਾ, ਉਹਨੂੰ ਮੈਨੂੰ ਖਿਮਾ ਜਾਚਨਾ ਦੇ ਦੀ। ਅਤੇ ਜੇ ਤੂੰ ਚਾਹੁੰਦਾ ਕਿ 24 ਘੰਟੇ ਤੇਰੀ ਬੰਦਗੀ ਵਾਲੀ ਤਰਫ ਲੱਗਣ, ਅਤੇ ਕਿਰਪਾ ਕਰਕੇ ਮੈਨੂੰ ਇਸ ਗੁਲਾਮੀਅਤ ਤੋਂ ਨਿਜਾਤ ਦਿਵਾ ਦੇ। ਉਹਨੇ ਅਰਦਾਸ 'ਚ ਜ਼ਿਕਰ ਕੀਤਾ ਸੀ। ਤਾਂ ਜਦੋਂ ਉਹਦਾ ਉਹ ਗੁਲਾਮ ਮਾਲਕ ਜਿਹਨੇ ਉਹਨੂੰ ਗੁਲਾਮ ਬਣਾਇਆ ਸੀ, ਉਹਨੇ ਮਨ ਬੜਾ ਪ੍ਰਭਾਵਿਤ ਹੋਇਆ ਕਿ ਇਹ ਤਾਂ ਮੈਂ ਆਮ ਗੁਲਾਮ ਸਮਝਦਾ ਰਿਹਾ, ਤਾਂ ਬੜੀ ਵੱਡੀ ਬੰਦਗੀ ਵਾਲੀ ਸ਼ਖਸੀਅਤ ਹੈ। ਤਾਂ ਫਿਰ ਉਹਨੇ ਖਿਮਾ ਮੰਗ ਕੇ ਕਿਹਾ ਕਿ ਤੁਸੀਂ ਹੁਣ ਜਾ ਸਕਦੇ ਹੋ। ਉਹਨੇ ਆਜ਼ਾਦ ਕਰ ਦਿੱਤਾ ਸੀ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਨੇ, ਸਾਈਂ ਮੁਝੈ ਨਾ ਦੇਹ, ਕਿ ਲੋੜ ਕਰਕੇ, ਦੁੱਖ ਕਰਕੇ ਜਾਂ ਜੀਵਨ ਦੇ ਕਿਸੇ ਵੱਡੇ ਕਸ਼ਟ ਕਰਕੇ ਤੇਰੇ ਭਰੋਸੇ ਤੋਂ ਇਲਾਵਾ ਕਿਸੇ ਹੋਰ ਮੁਥਾਜੀ ਦੇ ਅੱਗੇ ਖੜਨਾ ਪਵੇ, ਇਹ ਮੈਨੂੰ ਜੀਵਨ ਨਹੀਂ ਚਾਹੀਦਾ। ਅਸੀਂ ਦੋ ਚੀਜ਼ਾਂ ਬਣਾਉਂਦੇ ਹਾਂ। ਹੁਣ ਜਿੰਨੇ ਸਮਰਪਣ 'ਚ ਪਾਇਆ ਹੈ ਉਹ ਕੁਝ ਵੀ ਨਹੀਂ ਕਰਦਾ। ਸਮਰਪਣ ਦੇ ਵਿੱਚ ਪਾਏ ਨੇ ਕੁਝ ਵੀ ਨਹੀਂ ਕਰਨਾ ਹੁੰਦਾ। ਇਸ ਕਰਕੇ ਗੱਲ ਤਾਂ ਇਹ ਹੈ ਕਿ ਅਸੀਂ ਧਰਮ ਦੇ ਅਭਿਆਸ 'ਚ ਚੱਲਦੇ ਤਾਂ ਹੈ ਸਾਰੇ, ਵਿਸ਼ਵਾਸ ਦੀਆਂ ਬਾਤਾਂ ਵੀ ਅਸੀਂ ਸਾਰੇ ਪਾਉਂਦੇ ਹਾਂ, ਪਰ ਸਾਡੇ ਜੀਵਨ ਦੀ ਤਰਜ਼ ਕਿਤੇ ਬਿਆਨ ਨਹੀਂ ਕਰਦੀ। ਜੋ ਕੁਝ ਵਾਪਰਿਆ ਸਾਨੂੰ ਪੂਰੇ ਦਾ ਪੂਰਾ ਪ੍ਰਵਾਨ ਨਹੀਂ। ਇਹ ਸਾਡੇ ਅੰਦਰ ਦੀ ਸਿਧਾਂਤਕ ਕੰਗਾਲੀ ਹੈ। ਦੁੱਖ ਦਾ ਵੀ ਵਿਧਾਨ ਕੱਟਿਆ ਜਾਵੇ, ਸਾਡੇ ਅੰਦਰ ਰੋਸ ਹੈ, ਸਾਡੇ ਅੰਦਰ ਸ਼ਿਕਾਇਤ ਹੈ, ਜਾਂ ਅਸੀਂ ਕੁਝ ਕਰਮ ਕਾਂਡਾਂ ਦਾ ਸਹਾਰਾ ਲੈ ਰਹੇ ਹਾਂ। ਜੀਵਨ ਦੇ ਵਿੱਚ ਕਿਸੇ ਤਰ੍ਹਾਂ ਦੀ ਪਰਿਸਥਿਤੀ ਜਿਹੜੀ ਸਾਡੇ ਭਰੋਸੇ ਅਕੀਦੇ ਨੂੰ ਆਹਤ ਕਰ ਰਹੀ ਹੈ, ਉਹਦਾ ਵੀ ਕੋਈ ਚਿੰਤਾ ਨਹੀਂ, ਸਗੋਂ ਆਪਣੀ ਲੋੜ ਦੁੱਖ ਪ੍ਰਮੁੱਖ ਰੱਖਿਆ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਮੁਝੈ ਨਾ ਦੇ, ਮੈਨੂੰ ਘੱਟੋ ਘੱਟ ਇਸ ਕਿਸਮ ਦਾ ਜੀਵਨ ਨਹੀਂ ਚਾਹੀਦਾ ਜਿੱਥੇ ਦੂਜਿਆ ਹੋਵੇ। ਇਸ ਕਰਕੇ ਇਹ ਫਕੀਰ ਦੀ, ਇਸ ਕਰਕੇ ਕਿਹਾ ਨਾ, ਸਿਆਣੇ ਆਖਦੇ ਨੇ ਕਿ ਦੁਨੀਆ ਨੂੰ ਧਰਤੀ 'ਤੇ ਭਰੋਸਾ ਹੁੰਦਾ ਅਤੇ ਫਕੀਰ ਨੂੰ ਆਕਾਸ਼ 'ਤੇ ਹੁੰਦਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ, ਫਰੀਦਾ ਬਾਹਰ ਪਰਾਇਆ ਬੈਸਣਾ। ਹੁਣ ਬਾਹਰ ਪਰਾਇਆ ਬੈਸਣਾ ਦਾ ਭਾਵ ਹੋਰ ਆਪਦੇ ਸਨਮੁਖ ਸਪਸ਼ਟ ਕਰਦੇ ਹਾਂ। ਪਹਿਲਾ ਭਾਵ ਤਾਂ ਸਪਸ਼ਟ ਹੋ ਗਿਆ ਕਿ ਜਿਹੜੀ ਕਾਲ ਦੀ ਮਾਰ ਹੈ ਉਹ ਲੋੜ ਕਰਕੇ, ਦੁੱਖ ਕਰਕੇ, ਭੁੱਖ ਕਰਕੇ ਵਿਆਪੇਗੀ, ਪਰ ਇਸ ਸਭ ਦੇ ਬਾਵਜੂਦ ਵੀ ਫਕੀਰ ਨੇ ਆਪਣਾ ਅਕੀਦਾ ਨਹੀਂ ਡੋਲਣ ਦੇਣਾ। ਦੂਜਾ ਹੈ, ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਬਾਹਰ ਪਰਾਇਆ ਬੈਸਣਾ ਦਾ ਭਾਵ ਬੇਗਾਨੀ ਆਸ। ਭਰੋਸਾ ਧਾਰਨ ਕੀਤਾ ਅਕਾਲ ਪੁਰਖ ਦਾ, ਰਚਨਾ ਹੈ ਤੂੰ ਅਕਾਲ ਪੁਰਖ ਦੀ, ਜੀਵਨ 'ਚ ਲੋੜ ਬਣੀ ਹੈ ਅਤੇ ਉਹਦੀ ਪ੍ਰਦਾ ਦੂਜੇ ਦੀ ਆਸ ਮਨ 'ਚ ਆ ਗਈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਇਹੋ ਜਿਹਾ ਜੀਵਨ, ਇਹੋ ਜਿਹਾ ਦਿਲ ਵੀ ਨਹੀਂ ਚਾਹੀਦਾ ਜਿਹੜੇ ਦਿਲ ਵਿੱਚ ਕਿਸੇ ਬੇਗਾਨੀ ਆਸ ਦੀ ਕੋਈ ਚਾਹ ਜਾਗੇ। ਇਸ ਕਰਕੇ ਇੱਕ ਸੂਫੀ ਫਕੀਰ ਦੇ ਜੀਵਨ 'ਚ ਜ਼ਿਕਰ ਆਉਂਦਾ ਹੈ, ਉਹਨੂੰ ਕਿਸੇ ਸਮੇਂ ਬੜੀ ਵੱਡੀ ਲੋੜ ਪੈ ਗਈ ਅਤੇ ਉਹ ਜਿਸ ਨਗਰ ਵਿੱਚ, ਉਹਨੂੰ ਪਤਾ ਸੀ ਕਿ ਫਲਾਣੇ ਕਿਸੇ ਨਗਰ 'ਚ ਮੇਰੇ ਬੜੇ ਪ੍ਰੇਮੀ ਰਹਿੰਦੇ ਨੇ, ਮੇਰਾ ਸਤਿਕਾਰ ਕਰਨ ਵਾਲੇ ਰਹਿੰਦੇ ਨੇ, ਵਿਚਾਰਾ ਚਲਾ ਗਿਆ ਕਿ ਚਲੋ ਲੋੜ ਪੂਰੀ ਹੋ ਜਾਏਗੀ। ਸਾਰੇ ਦੁਆਰਾਂ ਤੋਂ ਮੰਗਦਾ ਰਿਹਾ, ਕਿਤੋਂ ਉਹ ਗੱਲ ਨਾ ਬਣੀ। ਸ਼ਾਮ ਵੇਲੇ ਵਾਪਸ ਪਰਤ ਕੇ ਆਇਆ ਅਤੇ ਦੁਆ ਦੇ ਵਿੱਚ ਹੱਥ ਉੱਪਰ ਨੂੰ ਕੀਤੇ, ਕਿ ਮਾਲਕ ਦੇ ਅੱਗੇ ਦੁਆ ਵਿੱਚ ਹੱਥ ਕੀਤੇ ਅਤੇ ਆਪਣਾ ਦੁੱਖ ਕੀਤਾ ਕਿ ਮੇਰੀ ਤਾਂ ਲੋੜ ਨਹੀਂ ਪੂਰੀ ਹੋਈ। ਕਹਿੰਦੇ ਗੈਬ ਵਿੱਚੋਂ, ਗੈਬ ਦਾ ਮਤਲਬ ਆਕਾਸ਼ ਵਿੱਚੋਂ, ਗੈਬ ਵਿੱਚੋਂ ਆਵਾਜ਼ ਸੁਣਾਈ ਦਿੱਤੀ, ਥੋੜ੍ਹਾ ਹੋਰ ਸਮਾਂ ਮੇਰਾ ਭਰੋਸਾ ਛੱਡ ਕੇ ਦੇਖ ਲੈ, ਸ਼ਾਇਦ ਤੇਰੀ ਬਾਤ ਬਣ ਜਾਏ। ਭਾਵ ਕਿ ਅੱਲਾਹ ਤਾਲਾ ਨੇ ਉਸ ਨੂੰ ਬਾਤ ਦਿੱਤੀ ਕਿ ਜਦੋਂ ਤੂੰ ਇੱਕ ਵਾਰੀ ਮੇਰੇ ਨਾਲ, ਤੇਰਾ ਅਹਿਦ ਹੋ ਗਿਆ ਕਿ ਤੂੰ ਮੇਰੀ ਭਗਤ ਸਰੂਪ ਦੀ ਸੰਭਾਲ ਕਰਨੀ ਹੈ, ਮੈਂ ਤੇਰੇ ਲੋੜ ਰੂਪ ਦੀ ਸਭ ਦੀ ਸੰਭਾਲ ਕਰਾਂਗਾ। ਇਸ ਅਹਿਦ ਨੂੰ ਤੂੰ ਕੱਚਾ ਕਿਉਂ ਛੱਡਿਆ? ਇਸ ਕਰਕੇ ਦੁਨੀਆਦਾਰਾਂ ਦੇ ਦੁਆਰਾਂ ਤੋਂ ਅਕਸਰ ਨਿਰਾਸ਼ਾ ਮਿਲਦੀ। ਇਸ ਕਰਕੇ ਉਹ ਜਦੋਂ ਇਸ ਚੇਤੰਨ ਹੋਇਆ ਅਤੇ ਉਹਨੇ ਜਾਣਿਆ ਕਿ ਇੱਕ ਨਹੀਂ ਕਈ ਦੁਆਰਾਂ ਤੱਕ ਗੁਜ਼ਰਿਆ,
ਫਿਰ ਉਸੇ ਤਰ੍ਹਾਂ ਫਿਰ ਉਹ ਬੜਾ ਜੀਵਨ ਵਿੱਚ ਪਰੇਸ਼ਾਨ ਹੋਇਆ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਹੜੇ ਹਿਰਦੇ ਵਿੱਚ ਬੇਗਾਨੀ ਚਾਹਤ ਪੈਦਾ ਹੋ ਜਾਣੀ ਹੈ ਕਿਸੇ ਕਾਰਨ ਹਿੱਤ, ਉਹ ਵੀ ਆਖਦੇ ਹਨ ਕਿ ਇਸ ਤਰ੍ਹਾਂ ਦਾ ਜੀਵਨ ਵੀ ਨਹੀਂ ਚਾਹੀਦਾ, ਸੰਪੂਰਨ ਜੀਵਨ ਚਾਹੀਦਾ ਹੈ। ਇਸ ਕਰਕੇ ਬਾਹਰ ਪਰਾਇਆ ਬੈਸਣ ਦਾ ਦੂਜਾ ਭਾਵ ਆਮ ਕਰਕੇ ਦੁਨੀਆ ਟਿਕੀ ਹੋਈ ਇਸ ਗੱਲ 'ਤੇ। ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਭਗਤ ਦੀ ਸਰਮੌਰਤਾ ਇਹਦੇ ਵਿੱਚ ਨਹੀਂ ਬਣਦੀ। ਇਸ ਕਰਕੇ ਬਾਜਜੀਤ ਬਿਸਤਾਮੀ ਦੇ ਜੀਵਨ ਦਾ ਜ਼ਿਕਰ ਆਉਂਦਾ ਹੈ। ਉਹਨੂੰ ਕਿਸੇ ਨੇ ਕਿਹਾ ਕਿ ਇੱਕ ਬਾਦਸ਼ਾਹ ਦੇ ਪਾਸ ਜਿਹੜਾ ਹੈ ਉਹ ਫੌਜ ਹੁੰਦੀ ਹੈ, ਰਾਜ ਹੁੰਦਾ ਹੈ, ਪੈਸਾ ਹੁੰਦਾ ਹੈ, ਬੜਾ ਕੁਝ ਹੁੰਦਾ ਹੈ। ਇੱਕ ਫਕੀਰ ਹੈ, ਇਹਨੂੰ ਵੀ ਲੋਕ ਬਾਦਸ਼ਾਹ ਆਖਦੇ ਨੇ, ਇਹਦੇ ਕੋਲ ਕੀ ਹੁੰਦਾ ਹੈ? ਤਾਂ ਬਾਜਜੀਤ ਬਿਸਤਾਮੀ ਨੇ ਬੜਾ ਸੁੰਦਰ ਜਵਾਬ ਦਿੱਤਾ ਸੀ। ਕਹਿਣ ਲੱਗਾ ਕਿ ਬਾਦਸ਼ਾਹ ਦਾ ਜਿਹੜਾ ਪ੍ਰਭਾਵ ਹੈ ਨਾ, ਉਹ ਕਿਸੇ 2-3 ਬਾਦਸ਼ਾਹਾਂ ਤੱਕ ਹੋ ਸਕਦਾ ਹੈ। ਕੋਈ ਨਾ ਕੋਈ ਕਿਤੇ ਨਾ ਜਾ ਕੇ ਉਹਦੀ ਸੀਮਾ ਬਣ ਜਾਏਗੀ, ਉਹਦੇ ਰਾਜ ਦੀ, ਉਹਦੀ ਤਾਕਤ ਦੀ। ਪਰ ਜਿਹੜਾ ਭਗਤ ਦਾ ਭਰੋਸਾ ਹੈ, ਉਹਦੀ ਸੀਮਾ ਨਹੀਂ ਬਣਦੀ। ਉਹ ਪਤਾਲ ਵਿੱਚ ਵੀ ਉਵੇਂ ਰਹਿੰਦੀ ਹੈ, ਆਕਾਸ਼ ਵਿੱਚ ਵੀ, ਅਤੇ ਮਾਤ ਲੋਕ ਦੇ ਵਿੱਚ ਵੀ ਇਵੇਂ ਰਹਿੰਦੀ ਹੈ। ਇਸ ਕਰਕੇ ਪੂਰਨ ਭਰੋਸਾ, ਅਡੋਲ ਵਿਸ਼ਵਾਸ ਅਤੇ ਜਿਹੜੀ ਨਿਰੰਤਰ ਦ੍ਰਿੜਤਾ ਪਰਮੇਸ਼ਰ ਦੀ ਅਟੱਲ ਹਸਤੀ ਦੇ ਵਿੱਚ, ਉਹੀ ਉਹਨੂੰ ਬਾਦਸ਼ਾਹ ਬਣਾਉਂਦੀ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਕਿ ਦੂਜਾ ਭਾਵ ਕਿ ਜਿਹੜੀ ਬਗਾਨੀ ਆਸ ਪੈਦਾ ਹੋਣੀ, ਇਹ ਵੀ ਨਹੀਂ ਹੋਣੀ ਚਾਹੀਦੀ। ਅੱਗੇ ਜ਼ਿਕਰ ਕਰਦੇ ਹਨ, ਫਰੀਦਾ ਬਾਰ ਪਰਾਇਐ ਬੈਸਣਾ। ਹੁਣ ਅੱਗੇ ਆਖਦੇ ਹਨ ਕਿ ਮਾਲਕ ਜਦੋਂ ਤੇਰਾ ਸਰੂਪ ਹਾਂ, ਤੇਰੇ ਤੋਂ ਉਪਜੇ ਹਾਂ, ਪਵਿੱਤਰ ਹਾਂ, ਪੂਰਨ ਤਰ੍ਹਾਂ ਸ਼ੁੱਧ ਹਾਂ, ਨਿਰਮਲ ਹਾਂ, ਨਿਸ਼ਕਪਟ ਹਾਂ, ਨਿਰਵੈਰ ਹਾਂ, ਨਿਰਭਉ ਹਾਂ। ਜਦੋਂ ਇਹ ਸਾਰਾ ਕੁਝ ਤੇਰੇ ਤੋਂ ਪੈ ਕੇ ਸਾਡੀ ਹਸਤੀ ਇੰਜ ਦੀ ਬਣੀ ਹੈ, ਅਤੇ ਸਾਨੂੰ ਮਾਇਆ ਦੀ ਮਾਰ ਨਾਲ ਨਾ ਤੰਗ ਕਰ, ਤਾਂ ਕਿ ਸਾਨੂੰ ਇਹ ਪਵਿੱਤਰਤਾ ਛੱਡ ਕੇ ਕਿਸੇ ਮਾਇਆ ਦੇ ਰਸ ਦੇ ਅਧੀਨ ਹੋਣਾ ਪਵੇ। ਸਾਨੂੰ ਉਹੀ ਪਵਿੱਤਰ ਚਾਹੀਦਾ ਜਿਵੇਂ ਦਾ ਤੂੰ ਪੈਦਾ ਕੀਤਾ ਹੈ। ਕੋਈ ਗੁਨਾਹ ਨਹੀਂ ਹੈ ਹਿਰਦੇ ਦੇ ਉੱਪਰ ਲੱਗਾ ਹੋਇਆ, ਕੋਈ ਚਿੱਤ ਦੇ ਉੱਪਰ ਵੱਡੇ ਔਗਣ ਨਹੀਂ ਬਣੇ ਹੋਏ। ਜਿਵੇਂ ਦਾ ਨਿਰਮਲ ਪੈਦਾ ਕੀਤਾ ਉਵੇਂ ਦਾ ਰੱਖ। ਇਵੇਂ ਦੇ ਵਿਕਾਰ ਨਾ ਪੈਦਾ ਹੋਣ, ਇਵੇਂ ਦੀ ਜੀਵਨ 'ਚ ਮਾਇਆ ਦੀ ਭਟਕਣ ਨਾ ਪੈਦਾ ਹੋਵੇ ਕਿ ਜਿਹੜੇ ਤੇਰੇ ਆਨੰਦ ਦੀ ਬਰਾਬਰ, ਜਿਹੜਾ ਤੇਰੀ ਭਗਤੀ ਦੇ ਆਨੰਦ ਦੀ ਬਰਾਬਰ ਵਿਕਾਰਾਂ ਦੇ ਮਗਰ ਲੱਗ ਕੇ ਕੋਈ ਉਸ ਰਸ ਦੀ ਤਲਾਸ਼ ਕਰਦੇ ਰਹੀਏ। ਸਾਨੂੰ ਇਹ ਵੀ ਮਨਜ਼ੂਰ ਨਹੀਂ। ਮਾਇਆ ਦਾ ਪ੍ਰਭਾਵ ਸਾਡੇ ਤੋਂ ਦੂਰ ਰੱਖ। ਤੇਰੇ ਰਸ ਦੀ, ਜਿਵੇਂ ਬੀਬੀ ਰਾਬੀਆ ਅਲ ਬਸਰੀ ਦੀ ਚਾਹ, ਉਹਨਾਂ ਦੀ ਅਰਦਾਸ ਆਮ ਆਪ ਜੀ ਨੇ ਸੁਣਿਆ ਹੋਏਗਾ। ਉਹ ਅਕਸਰ ਕਹਿੰਦੇ ਹੁੰਦੇ ਸਨ ਕਿ ਮਾਲਕ, ਜੇ ਮੈਂ ਮਤਲਬ ਸਵਰਗ ਦੀ ਕਾਮਨਾ ਵਾਲੀ ਬੰਦਗੀ ਕਰਾਂ, ਸਵਰਗ ਦੀ ਚਾਹਤ ਲਈ ਬੰਦਗੀ ਕਰਾਂ, ਤਾਂ ਸਵਰਗ ਮੇਰੇ ਲਈ ਹਰਾਮ ਕਰ ਦੇ। ਮਤਲਬ ਮੈਨੂੰ ਜ਼ਿੰਦਗੀ ਭਰ ਸਵਰਗ ਮਿਲੇ ਨਾ। ਅਤੇ ਜੇ ਮੈਂ ਨਰਕਾਂ ਦੇ ਡਰ ਤੋਂ ਬੰਦਗੀ ਕਰਾਂ, ਤਾਂ ਜ਼ਰੂਰ ਮੈਨੂੰ ਨਰਕਾਂ ਦੇ ਵਿੱਚ ਹੀ ਸੁੱਟੀ। ਪਰ ਜੇ ਮੈਂ ਤੇਰੇ ਪਿਆਰ ਲਈ, ਤੇਰੀ ਭਗਤੀ ਲਈ ਬੰਦਗੀ ਕਰਾਂ, ਅਤੇ ਆਪਣਾ ਜ਼ਹੂਰ, ਆਪਣਾ ਨੂਰ ਵੀ ਜ਼ਰੂਰ ਦਿਖਲਾਵੀਂ। ਇਹ ਉਹਨਾਂ ਦੇ 3 ਨੁਕਤੇ ਨੇ, ਉਹਨਾਂ ਦੀ ਪ੍ਰੇਅਰ ਦੇ ਵਿੱਚ ਅਕਸਰ ਮਿਲਦੇ ਨੇ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਕਿ ਸਾਨੂੰ ਵੀ ਇੰਝ ਹੀ ਚਾਹੀਦਾ ਹੈ। ਅਸੀਂ ਆਪਣੇ ਜੀਵਨ ਨੂੰ ਇਸ ਕਦਰ 'ਤੇ ਨਹੀਂ ਪਾ ਸਕਦੇ ਕਿ ਰਸ ਸਾਨੂੰ ਪਰਮੇਸ਼ਰ ਦੀ ਭਗਤੀ ਦੇ ਵਾਲੇ ਪਰਮ ਆਨੰਦ ਦੀ ਹੈ ਤਲਾਸ਼। ਪਰ ਇਹ ਹੈ ਕਿ ਸਾਡਾ ਮਨ ਭਰਮ ਜਾਵੇ ਅਤੇ ਅਸੀਂ ਵਿਕਾਰਾਂ ਦੇ ਵਿੱਚੋਂ ਰਸ ਲੱਭ ਕੇ ਕਹੀਏ ਕਿ ਇਹ ਉਹਦੇ ਬਰਾਬਰ ਨੇ। ਕਹਿੰਦੇ ਇਹੋ ਜਿਹਾ ਵੀ ਸਾਨੂੰ ਨਹੀਂ ਚਾਹੀਦਾ। ਵਿਕਾਰਾਂ ਦੇ ਅਧੀਨ ਵੀ ਸਾਨੂੰ ਜੀਵਨ ਨਹੀਂ ਚਾਹੀਦਾ। ਉਹਨਾਂ ਦੇ ਸਲੋਕਾਂ 'ਚ ਜ਼ਿਕਰ ਆਇਆ ਸੀ ਨਾ ਬਾਬਾ ਫਰੀਦ ਸਾਹਿਬ ਜੀ ਦੇ, ਕਿ ਬਾਬਾ ਫਰੀਦ ਸਾਹਿਬ ਜੀ ਬਖਸ਼ਿਸ਼ ਕਰਦੇ ਸਨ ਕਿ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ, ਤੁਧ ਜੇ ਰੱਬੀ ਰਸ ਚਾਹੀਦਾ ਤੇ ਉਹੀ ਦੇ, ਉਹਦਾ ਵਿਕਲਪ ਦੂਜਾ ਨਹੀਂ ਹੋ ਸਕਦਾ। ਭਗਤ ਦੀ ਜ਼ਿੰਦਗੀ ਦਾ ਇੱਕ ਕਮਾਲ ਹੁੰਦਾ ਹੈ ਕਿ ਉਹ ਜਿਹੜੀ ਚੀਜ਼ ਦੀ ਸਰਮੌਰਤਾ ਇੱਕ ਵਾਰੀ ਪਛਾਣ ਲੈਂਦਾ, ਫਿਰ ਉਹਦੀ ਹੀ ਤਲਾਸ਼ ਕਰਦਾ, ਉਹਦੇ ਮੁਕਾਬਲੇ ਦੂਜੇ ਦਾ ਵਿਕਲਪ ਨਹੀਂ ਲੱਭਦਾ। ਹੁਣ ਕੁਦਰਤੀ ਸਾਡੀ ਸੰਸਾਰੀ ਬੰਦਿਆਂ ਦੀ ਗੱਲ ਹੋਰ ਤਰ੍ਹਾਂ ਚੱਲਦੀ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਤੀਜਾ ਭਾਵ ਇਹ ਹੈ ਕਿ ਰੱਬੀ ਮਾਰਗ 'ਤੇ ਚੱਲਦਿਆਂ ਹੋਇਆਂ ਰੱਬੀ ਰਸ ਦੀ ਤਲਾਸ਼ ਦੀ ਬਜਾਏ ਜੇ ਦੁਨਿਆਵੀ ਰਸਾਂ ਦੇ ਅਧੀਨ ਹੋ ਕੇ ਭਰਮਣਾ ਪਵੇ ਜਾਂ ਉਹਨੂੰ ਬੰਦਾ ਵਿਕਲਪ ਮੰਨਣ ਲੱਗ ਪਵੇ, ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹ ਵੀ ਨਹੀਂ ਚਾਹੀਦਾ। ਪੂਰਨ ਦਾ ਪੂਰਨ ਹੀ ਚਾਹੀਦਾ। ਹੁਣ ਚੌਥਾ ਭਾਵ ਅਰਜ ਕਰਦੇ ਹਨ, ਫਰੀਦਾ ਬਾਰ ਪਰਾਇਐ ਬੈਸਣਾ, ਸਾਈਂ ਮੁਝੈ ਨ ਦੇਹ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਦੋਂ ਤੁਹਾਡੀ ਹਸਤੀ ਬਣ ਜਾਂਦੀ ਹੈ ਕਿਸੇ ਪੱਖ ਕਰਕੇ, ਅਤੇ ਉਸ ਹਸਤੀ ਦੇ ਬਣਨ ਤੋਂ ਬਾਵਜੂਦ ਵੀ ਬੰਦਾ ਆਪਣੇ ਆਪ ਨੂੰ ਅਧੂਰੇ ਦੇ ਵਿੱਚ ਰੱਖੇ। ਬੀਬੀ ਰਾਬੀਆ ਅਲ ਬਸਰੀ ਦੇ ਪਿਤਾ ਨੇ ਉਹਨੂੰ ਕਿਹਾ ਸੀ, ਜਾਓ ਮੰਗ ਲਿਆਓ ਤੇਲ। ਉਹ ਕਹਿਣ ਲੱਗਾ ਨਹੀਂ, ਜ਼ਿੰਦਗੀ 'ਚ ਇੱਕ ਦਫਾ ਐਦ ਕੀਤਾ ਸੀ, ਕਦੇ ਹੱਥ ਨਹੀਂ ਅੱਡਣਾ ਅੱਲਾਹ ਤਾਲਾ ਤੋਂ ਇਲਾਵਾ। ਉਹ ਜਾਣਦਾ ਪੂਰੇ ਦਾ ਪੂਰਾ, ਜੇ ਜਾਂ ਤਾਂ ਉਹ ਅਧੂਰਾ ਹੋਵੇ ਫਿਰ ਦੂਜੇ ਪਾਸ ਜਾ ਸਕਦਾ ਹਾਂ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਕਿ ਚੌਥਾ ਭਾਵ ਇਹ ਹੈ
ਕਿ ਜੀਵਨ ਨੂੰ ਇੰਨਾ ਕੋਈ ਵੀ ਹਸਤੀ ਬਣ ਗਈ ਹੈ, ਕਿਉਂਕਿ ਹਸਤੀ ਕਿਸੇ ਵੀ ਪੱਧਰ ਤੋਂ ਬਣਨੀ ਸੌਖੀ ਹੈ, ਕੁਦਰਤੀ ਹੈ। ਜਿਵੇਂ ਹੁਣ ਬਾਬਾ ਫਰੀਦ ਸਾਹਿਬ ਜੀ ਦੇ ਜੀਵਨ ਦੇ ਜਿਹੜੇ ਆਖਰੀ ਸਮੇਂ ਸਨ, ਉਹ ਥੋੜ੍ਹਾ ਉਹਨਾਂ ਦਾ ਬੜਾ ਕਠਿਨ ਸੀ, ਦੁੱਖ ਭੁੱਖ ਦੇ ਨਾਲ ਹੀ ਲਗਭਗ ਗੁਜ਼ਰਿਆ। ਅਤੇ ਅਕਸਰ ਉਹਨਾਂ ਦੇ ਮਰੀਦਾਂ ਨੇ ਉਹਨਾਂ ਪਾਸ ਬੇਨਤੀ ਕਰਨੀ ਕਿ ਬਾਬਾ ਫਰੀਦ ਸਾਹਿਬ ਜੀ ਨੂੰ ਕਿ ਦੁਨਿਆਵੀ ਬਾਦਸ਼ਾਹ ਤੁਹਾਡੇ ਬੜਾ ਮੰਨਦੇ ਨੇ ਤੁਹਾਡੀ ਬਾਤ, ਉਹ ਤੁਹਾਡੇ ਪਾਸ ਦਾਸਾਂ ਵਾਂਗ ਚੱਲ ਕੇ ਆਉਂਦੇ ਨੇ, ਇੱਕ ਵਾਰੀ ਸਾਨੂੰ ਭੇਜ ਦਿਓ ਆਪਣੀ ਤਰਫੋਂ ਬੇਨਤੀ ਕਰਨ ਦੇ ਲਈ। ਬਾਬਾ ਫਰੀਦ ਸਾਹਿਬ ਜੀ ਨੇ ਤਾ ਉਮਰ ਇਜਾਜ਼ਤ ਨਹੀਂ ਸੀ ਦਿੱਤੀ। ਜਿਹੜਾ ਬਾਦਸ਼ਾਹ ਬਲਬਨ ਸੀ, ਮਤਲਬ ਦਾਸਾਂ ਵਾਂਗ ਉਹਨਾਂ ਸਤਿਕਾਰ ਕਰਦਾ ਸੀ। ਬੜੀ ਵਾਰੀ ਉਹਨੇ ਬੇਨਤੀ ਕੀਤੀ ਬਾਬਾ ਫਰੀਦ ਸਾਹਿਬ ਜੀ ਨੂੰ ਕਿ ਇੱਕ ਵਾਰੀ ਦਿੱਲੀ ਘੱਟੋ ਘੱਟ ਨਹੀਂ ਕੋਈ ਬੇਨਤੀ ਕਰਨੀ, ਕੁਝ ਨਹੀਂ ਕਰਨਾ, ਘੱਟੋ ਘੱਟ ਚਰਨ ਮੇਰੇ ਕਹੇ ਤੇ ਦਿੱਲੀ ਵਿਖੇ ਪਾ ਦਿਓ। ਗੁਰੂ ਬਾਬਾ ਫਰੀਦ ਸਾਹਿਬ ਜੀ ਗਏ ਨਹੀਂ ਸਾਰੀ ਜ਼ਿੰਦਗੀ। ਜੋ ਇੱਕ ਵਾਰੀ ਦਿੱਲੀ ਛੱਡ ਦਿੱਤੀ, ਕੁਤਬੁੱਦੀਨ ਬਖਤਿਆਰ ਕਾਕੀ ਦੇ ਵਫਾਤ ਤੋਂ ਬਾਅਦ ਮੁੜ ਦਿੱਲੀ ਬਾਬਾ ਫਰੀਦ ਸਾਹਿਬ ਜੀ ਆਪਣੇ ਮੁਰਸ਼ਿਦ ਦੀਆਂ ਨਿਸ਼ਾਨੀਆਂ ਲੈਣ ਤੋਂ ਇਲਾਵਾ ਨਹੀਂ ਗਏ। ਇਸ ਕਰਕੇ ਇੰਨਾ ਵੱਡਾ, ਜਿਵੇਂ ਹੁਣ ਇਹਦਾ ਇਸ ਤਰ੍ਹਾਂ ਦਾ ਹੀ ਅਨੁਭਵ ਆਉਂਦਾ ਹੈ ਭਗਤ ਨਾਮਦੇਵ ਜੀ ਦਾ। ਭਗਤ ਨਾਮਦੇਵ ਜੀ ਪਕੜੇ ਗਏ ਅਤੇ ਜਿਹੜੀ ਸੀ ਉਹਨਾਂ ਨੂੰ ਹਾਥੀ ਅੱਗੇ ਸੁੱਟ ਕੇ ਮਾਰਨ ਦੀ ਸਜ਼ਾ ਜਿਹੜੀ ਬਾਦਸ਼ਾਹ ਲੋਧੀ ਵੱਲੋਂ ਮੁਕਰਰ ਕੀਤੀ ਗਈ, ਤਾਂ ਸ਼ਰਤ ਇਹ ਰੱਖ ਦਿੱਤੀ ਗਈ ਕਿ ਇਹ ਅੱਲਾ ਕਵੇ, ਰਾਮ ਕਹਿ ਦੇ ਛੱਡ। ਅਤੇ ਉਹਨਾਂ ਦੀ ਮਾਤਾ ਉਹਨਾਂ ਦੇ ਕੋਲ ਆਈ, ਕਹਿਣ ਲੱਗੀ, ਨਾਮਦੇਵ, ਮੈਂ ਦੇਖਿਆ ਜਦੋਂ ਤੂੰ ਕਦੇ ਰੱਬੀ ਪਿਆਰ ਵਿੱਚ ਹੁੰਦਾ, ਕਦੇ ਕਦੇ ਤੇਰੀ ਜ਼ੁਬਾਨ ਤੋਂ ਅੱਲਾ ਵੀ ਨਿਕਲ ਜਾਂਦਾ ਹੈ, ਖੁਦਾ ਵੀ ਨਿਕਲ ਜਾਂਦਾ ਹੈ, ਰਾਮ ਵੀ ਨਿਕਲ ਜਾਂਦਾ, ਹੋਰ ਬੜੇ ਤੂੰ ਪਰਮੇਸ਼ਰ ਦੇ ਨਾਮ ਲੈਂਦਾ ਹੈ। ਅੱਜ ਅੱਲਾ ਕਹਿਣ ਦੇ ਵਿੱਚ ਕੀ ਹਰਜ ਹੈ, ਕਹਿ ਦੇ ਤੇਰੀ ਜਾਨ ਬਖਸ਼ੀ ਜਾਏਗੀ। ਤਾਂ ਭਗਤ ਨਾਮਦੇਵ ਜੀ ਨੇ ਕਿਹਾ, ਨਾ ਹੋ ਤੇਰਾ ਪੁੰਗੜਾ, ਨਾ ਤੂੰ ਮੇਰੀ ਮਾਏ। ਕਹਿਣ ਲੱਗੇ, ਬਾਅਦ ਉਹਨਾਂ ਜਵਾਬ ਦਿੱਤਾ ਕਿ ਠੀਕ ਹੈ ਮਾਤਾ, ਮੈਂ ਅੱਲਾ ਵੀ ਕਹਿੰਦਾ, ਖੁਦਾ ਵੀ ਕਹਿੰਦਾ, ਰਾਮ ਵੀ ਕਹਿੰਦਾ, ਪਰ ਉਦੋਂ ਮੈਂ ਪ੍ਰੇਮ ਵਿੱਚ ਕਹਿੰਦਾ ਅਤੇ ਵੱਡੇ ਭਰੋਸੇ ਵਿੱਚ ਕਹਿੰਦਾ ਅਤੇ ਬਿਨਾਂ ਕਿਸੇ ਦੁਨਿਆਵੀ ਡਰ ਤੋਂ ਕਹਿੰਦਾ, ਨਿਰਭਉ ਨਿਰਵੈਰ ਅਤੇ ਪਰਮੇਸ਼ਰ ਦਾ ਭਗਤ ਹੋ ਕੇ ਕਹਿੰਦਾ। ਅੱਜ ਕਿਸੇ ਦੀ ਅਹੰਕਾਰ ਦੇ ਤਹਿਤ, ਕਿਉਂਕਿ ਮੈਨੂੰ ਤਾਂ ਪਤਾ ਕਿ ਪਰਮੇਸ਼ਰ ਸਾਂਝੀ ਵਾਲਤਾ ਦਾ ਹੈ, ਪਰ ਜਿਹੜਾ ਦੁਨਿਆਵੀ ਲੋਧੀ ਬਾਦਸ਼ਾਹ ਆਖਦਾ, ਇਹਦੇ ਅਹੰਕਾਰ ਦੇ ਤਹਿਤ ਆਖ ਦੇਣਾ ਅੱਲਾ, ਇਹ ਮੇਰੀ ਭਗਤੀ ਦੀ ਉੱਚਤਾ ਦੀ ਹੱਦ ਤੱਕ, ਇਸ ਕਰਕੇ ਇਹ ਮੈਂ ਨਹੀਂ ਕਰਾਂਗਾ। ਭਗਤ ਦਾ ਇੱਕ ਸਵੈਮਾਣ ਹੁੰਦਾ ਹੈ, ਉਹ ਸਵੈਮਾਣ ਕੀ ਹੁੰਦਾ? ਪਰਮੇਸ਼ਰ ਦੇ ਭਰੋਸੇ ਦਾ। ਜੇ ਦੁਨੀਆਦਾਰਾਂ ਨੂੰ ਭਰੋਸਾ ਹੈ ਨਾ ਕੋਈ ਬਿਪਤਾ ਬਣ ਜਾਏ, ਉਹ ਝੱਟ ਇਕੱਠੇ ਕਰ ਲੈਂਦੇ ਨੇ। ਆਹ ਦੁਨਿਆਵੀ ਰਾਜਨੀਤਿਕ ਲੋਕ ਦੇਖ ਲਓ ਥੋੜ੍ਹੇ ਜਿਹੇ, ਅੱਜ ਜਰਗ ਜਿੰਨੀ ਬਿਪਤਾ ਬਣੇ ਸ਼ਕਤੀ ਪ੍ਰਦਰਸ਼ਨ ਕਰਨ ਲੱਗ ਪੈਂਦੇ ਨੇ ਕਿ ਸਾਡੇ ਮਗਰ ਇੰਨਾ ਆਲਮ ਤੁਰਿਆ ਫਿਰਦਾ ਜੀ। ਜੇ ਕੋਈ ਮਾਇਆ ਦੇ ਪੱਧਰ ਦੀ ਜਾਂ ਕੋਈ ਬਦਮਾਸ਼ੀ ਦੇ ਪੱਧਰ ਦੀ ਗੱਲ ਬਣ ਜਾਏ ਤਾਂ ਵੀ ਬੜਾ ਵੱਡਾ ਇਕੱਠ ਕਰ ਦੇਣਗੇ, ਦੱਸ ਦੇਣਗੇ ਕਿ ਸਾਡੀ ਏਡੀ ਵੱਡੀ ਔਕਾਤ ਸਮਰੱਥਾ ਜੇ। ਭਗਤ ਵੀ ਫਿਰ ਆਪਣੇ ਭਰੋਸੇ ਦੇ ਤਹਿਤ ਦੱਸ ਦਿੰਦਾ ਕਿ ਕੋਈ ਨਾ, ਜਿੱਥੋਂ ਤੱਕ ਮਰਜ਼ੀ ਗੁਜ਼ਰੇ, ਜਿੱਥੋਂ ਤੱਕ ਮਰਜ਼ੀ ਗੁਜ਼ਰੇ। ਮਨਸੂਰ ਨੇ ਵੀ ਕਹਿ ਦਿੱਤਾ ਸੀ, ਕਹਿਣ ਲੱਗਾ ਕਿ ਜਿੰਨੇ ਸਰੀਰ ਦੇ ਵਾਲ ਨੇ, ਜੇ ਇੰਨੇ ਸਰੀਰ ਦੀਆਂ ਬੋਟੀਆਂ ਕਰਕੇ, ਭਾਵ ਕਿ ਮੰਨਿਆ ਜਾਂਦਾ ਕਿ ਕਰੋੜਾਂ ਦੀ ਗਿਣਤੀ ਵਿੱਚ ਸਰੀਰ 'ਤੇ ਰੋਮ ਨੇ, ਕਹਿਣ ਲੱਗਾ ਜੇ ਇੰਨੀਆਂ ਵੀ ਬੋਟੀਆਂ ਕਰਕੇ ਆਕਾਸ਼ 'ਚ ਉਡਾ ਦਿਓ ਤਾਂ ਵੀ ਮਨਸੂਰ ਇਹੀ ਕਹੇਗਾ ਅਨਲ ਹੱਕ, ਅਨਲ ਹੱਕ, ਘਟੇਗਾ ਨਹੀਂ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ, ਸਾਈਂ ਮੁਝੈ ਨਾ ਦੇ। ਜੀਵਨ 'ਚ ਇਹ ਸਿਧਾਂਤਕ ਉਚਾਈਆਂ ਕਮਾਉਣੀਆਂ ਪੈਂਦੀਆਂ ਨੇ। ਇੱਕ ਪਾਸੇ ਪਰਮੇਸ਼ਰ ਦਾ ਭਰੋਸੇਵਾਨ ਵੀ ਰਹਿਣਾ, ਦੂਜੇ ਪਾਸੇ ਦੁਨੀਆਦਾਰਾਂ ਵੱਲ ਨਿਗਾਹ ਵੀ ਲਾਈ ਰੱਖਣੀ। ਜੀਵਨ 'ਚ ਇਹ ਚੀਜ਼ਾਂ ਨਿਭ ਤਾਂ ਜਾਂਦੀਆਂ ਨੇ, ਪਰ ਜੀਵਨ 'ਚ ਉਚਾਈ ਨਹੀਂ ਬਣਨ ਦਿੰਦੀ। ਗੁਰੂ ਅਰਜਨ ਦੇਵ ਸਾਹਿਬ ਜੀ ਦਾ ਅਨੁਭਵ ਹੈ ਨਾ, ਬਾਣੀ 'ਚ ਪੜ੍ਹਦੇ ਹਾਂ, ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਏ ਮਾਨੁਖ ਪਚਾਵੋ, ਤ੍ਰਿਤੀਏ ਮਤਾ ਕਿਛ ਕਰੋ ਪਾਇਆ, ਮੈਂ ਸਭ ਕੁਛ ਛੋੜ ਪ੍ਰਭ ਤੁਹੀ ਤੇ ਆਇਆ। ਉਹਨੂੰ ਉਸ ਵਕਤ ਜਦੋਂ ਇਸ ਕਰਕੇ ਤਾਂ ਕਰਕੇ ਉਹਨਾਂ ਦੁੱਖ ਦਾਰੂ ਕਿਹਾ ਹੈ ਕਿ ਉਂਝ ਤਾਂ ਪਤਾ ਹੀ ਨਹੀਂ ਸੀ ਲੱਗਣਾ ਕਿ ਸਾਡੇ ਅੰਦਰ ਭਰੋਸਾ ਕਿੰਨਾ ਕੁ ਪੱਕਾ ਜਾਂ ਅਸੀਂ ਕਿੰਨੇ ਕੁ ਵਿਸ਼ਵਾਸੀ ਹਾਂ ਜਾਂ ਕਿੰਨਾ ਕੁ ਅਸੀਂ ਦ੍ਰਿੜ ਅਕੀਦੇ ਵਾਲੇ ਹਾਂ। ਕਹਿੰਦੇ ਪਤਾ ਹੀ ਨਹੀਂ ਸੀ ਲੱਗਣਾ। ਦੁੱਖ ਬਣੀ ਹੈ, ਭੁੱਖ ਬਣੀ ਹੈ, ਲੋੜ ਬਣੀ ਹੈ, ਅਤੇ ਲੋੜਾਂ ਦੇ ਇਹੋ ਜਿਹੇ ਰੂਪ ਨੇ ਜਿਹੜੇ ਮਾਲਕ ਦੀ ਹਸਤੀ ਤੋਂ ਬਿਲਕੁਲ ਹੀ ਨਾਸਤਕ ਬਣਾ ਦਿੰਦੇ ਨੇ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਚੰਗਾ ਹੋਇਆ ਇਹ ਕੁਝ ਮਿਲਦਾ ਹੈ, ਘੱਟੋ ਘੱਟ ਆਪਣੇ ਆਪ ਦੀ ਪਰਖ ਤਾਂ ਹੁੰਦੀ ਹੈ। ਇਸ ਕਰਕੇ ਦੁਨੀਆ ਭਰ ਦੇ ਭਗਤਾਂ ਨੇ ਦੁੱਖ ਮੰਗਿਆ, ਉਹਨਾਂ ਨੇ ਦੁੱਖਾਂ ਦੇ ਨਾਲ ਪਿਆਰ ਕੀਤਾ ਹੈ, ਦੁੱਖਾਂ ਨੂੰ ਪੂਰੇ ਦਾ ਪੂਰਾ ਐਕਸੈਪਟ ਕੀਤਾ ਹੈ। ਕਾਰਨ ਕੀ ਹੈ ਕਿ ਵੱਡਾ ਉਹਨਾਂ ਦੇ ਜੀਵਨ 'ਚ ਜਿਹੜਾ ਵਿਸ਼ਵਾਸ ਦਾ ਸਿਧਾਂਤਕ ਅਮਲ ਹੈ ਉਹ ਪੈਦਾ ਹੋ ਸਕੇ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ, ਜੇ ਤੂੰ ਇਹ ਬਾਬਾ ਫਰੀਦ ਸਾਹਿਬ ਜੀ ਦੇ ਜੀਵਨ 'ਚ ਜ਼ਿਕਰ ਮਿਲਦਾ ਹੈ। ਇੱਕ ਦਫਾ ਉਹਨਾਂ ਦੇ ਉੱਪਰ ਕਿਸੇ ਨੇ ਕੁਝ ਕਰ ਟੂਣਾ ਆਦਿ ਕਰ ਦਿੱਤਾ, ਕਹਿ ਲਓ ਮਨ ਜ਼ਿਕਰ ਮਿਲਦਾ ਫਵਾਇਦੁਲ ਫਵਾਦ ਦੇ ਵਿੱਚ। ਬਾਬਾ ਫਰੀਦ ਸਾਹਿਬ ਜੀ ਦੀ ਹਾਲਤ ਜਿਹੜੀ ਹੈ ਮ੍ਰਿਤੂ ਤੱਕ ਆ ਗਈ।
ਨਿਜ਼ਾਮੂਦੀਨ ਔਲੀਆ ਉਹਨਾਂ ਦੇ ਪਾਸ ਆਏ। ਨਿਜ਼ਾਮੂਦੀਨ ਔਲੀਆ ਦੀ ਬੰਦਗੀ ਬੜੀ ਵੱਡੀ ਸੀ। ਕਹਿੰਦੇ ਨਿਜ਼ਾਮੂਦੀਨ ਔਲੀਆ ਜਿਹਦੇ ਸਿਰ ਦੇ ਉੱਪਰ ਹੱਥ ਰੱਖ ਦਿੰਦਾ ਸੀ ਉਹਨੂੰ ਸਾਰੇ ਰੋਗਾਂ ਤੋਂ ਮੁਕਤ ਕਰ ਦਿੰਦਾ ਸੀ। ਅਤੇ ਬਾਬਾ ਫਰੀਦ ਸਾਹਿਬ ਜੀ ਦੇ ਪਾਸ ਆ ਕੇ ਬਾਬਾ ਫਰੀਦ ਸਾਹਿਬ ਜੀ ਦੀ ਹਾਲਤ ਇੰਨੀ ਦੁੱਖ ਭਰੀ ਸੀ ਕਿ ਉਹ ਨਿਜ਼ਾਮੂਦੀਨ ਔਲੀਆ ਨੂੰ ਤੱਕ ਵੀ ਨਾ ਸਕੇ ਅਤੇ ਆਵਾਜ਼ ਦੁਆਰਾ ਹੀ ਗੱਲ ਹੋਈ। ਨਿਜ਼ਾਮੂਦੀਨ ਔਲੀਆ ਕਹਿਣ ਲੱਗਾ ਕਿ ਮੈਂ ਤੁਹਾਡਾ ਮੁਰੀਦ ਹਾਂ, ਬੰਦਗੀ ਦੀ ਵੱਡੀ ਦੌਲਤ ਮੈਂ ਤੁਹਾਡੇ ਕੋਲੋਂ ਪ੍ਰਾਪਤ ਕੀਤੀ ਹੈ, ਮੈਂ ਚਾਹੁੰਦਾ ਮੇਰੀ ਬੰਦਗੀ ਦੀ ਦੌਲਤ ਤੁਹਾਡੀ ਸੇਵਾ 'ਚ ਲੱਗ ਜੇ, ਮੈਨੂੰ ਆਗਿਆ ਦਿਓ। ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਪਰਾਂ ਹੋ ਜਾ, ਮੇਰੇ ਚਰਨ ਨਾ ਛੂਵੀਂ। ਉਹਨੂੰ ਪਤਾ ਸੀ ਬਾਬਾ ਫਰੀਦ ਸਾਹਿਬ ਜੀ ਨੂੰ ਕਿ ਇਹਨੇ ਮੇਰੇ ਚਰਨ ਵੀ ਛੂਹ ਲਏ ਤਾਂ ਇਹਨੇ ਜਿਹੜਾ ਰੋਗ ਮੇਰਾ ਕੱਟਿਆ ਜਾਣਾ। ਮੈਂ ਰੋਗ ਨੂੰ ਵੀ ਪੂਰਾ ਐਕਸੈਪਟ ਕਰਦਾ, ਇਹਦੇ ਵਿੱਚ ਵੀ ਕੋਈ ਖਿਆਨਤ ਨਹੀਂ ਕਰਨੀ, ਨਾ ਅਰਦਾਸ ਨਾ ਕੋਈ ਓੜ ਪੋੜ, ਪੂਰੇ ਦਾ ਪੂਰਾ ਲੈਣਾ। ਉਹਨੇ ਨਿਜ਼ਾਮੂਦੀਨ ਔਲੀਆ ਨੂੰ ਆਪਣੇ ਚਰਨ ਨਹੀਂ ਸੀ ਛੂਹਣ ਦਿੱਤੇ ਬਾਬਾ ਫਰੀਦ ਸਾਹਿਬ ਜੀ ਨੇ। ਕਹਿੰਦੇ ਪਰਾਂ ਹੋ ਕੇ ਬੈਠਾ ਰਿਹਾ ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਬਾਹਰ ਪਰਾਇਐ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਇਹ ਵੈ ਰਖਸੀ ਜੀਓ ਸਰੀਰੋ ਲੈ। ਹੁਣ ਬਾਹਰ ਪਰਾਏ ਬੈਸਣਾ ਦਾ ਹੁਣ ਕਿੰਨੇ ਨੁਕਤੇ ਵਿਚਾਰੇ ਗਏ ਨੇ, ਪਰ ਫਿਰ ਵੀ ਸਰਲ ਆਪਦੇ ਸਨਮੁਖ ਰੱਖਦਿਆਂ ਕਿ ਜਦੋਂ ਇੱਕ ਵਾਰੀ ਆਪਣੇ ਆਪ ਨੂੰ ਰੱਬੀ ਭਰੋਸੇ 'ਚ ਪਾ ਲਿਆ ਅਤੇ ਇਹ ਦੁਨੀਆਦਾਰਾਂ ਵਰਗਾ ਨਹੀਂ, ਦੁਨੀਆਦਾਰਾਂ ਵਰਗਾ ਨਹੀਂ ਕਿ ਅੱਜ ਨਿਭ ਗਿਆ ਕੱਲ੍ਹ ਨਹੀਂ ਨਿਭੇਗਾ, ਜਾਂ ਅੱਜ ਨਿਭ ਗਿਆ ਕੱਲ੍ਹ ਨਹੀਂ ਨਿਭੇਗਾ, ਜਾਂ ਕਦੇ ਫਿੱਕਾ ਪੈ ਜਾਏਗਾ, ਅਧੂਰਾ ਰਹਿ ਜਾਏਗਾ, ਕਦੇ ਇਹ ਨਹੀਂ ਵਾਪਰੇਗਾ। ਉਹਦੇ 'ਚ ਇਹ ਹੈ ਕਿ ਜਦੋਂ ਤੁਹਾਡਾ ਵਿਸ਼ਵਾਸ ਸਿਖਰ 'ਤੇ ਜਾਏਗਾ ਉਦੋਂ ਆਪਣੀ ਕਲਾ ਪ੍ਰਗਟ ਕਰੇਗਾ। ਜਿਵੇਂ ਭਗਤ ਸਾਹਿਬਾਨਾਂ ਦੇ ਵਿਸ਼ਵਾਸ ਜਦੋਂ ਸਿਖਰ 'ਤੇ ਗਏ ਨੇ ਉਦੋਂ ਹੀ ਪਰਮੇਸ਼ਰ ਦੀ ਕਲਾ ਪ੍ਰਗਟ ਹੋਈ ਹੈ। ਭਗਤ ਪ੍ਰਹਿਲਾਦ ਵਰਗੇ ਆਪਣੇ ਆਪ ਨੂੰ ਵਿਸ਼ਵਾਸ ਦੇ ਵਿੱਚ ਲੈ ਗਏ ਉੱਥੋਂ ਤੱਕ ਜਿੱਥੇ ਜਾ ਕੇ ਮੌਤ ਦਾ ਡਰ ਬਣ ਗਿਆ, ਪਰ ਉਸੇ ਮੌਤ ਦੇ ਡਰ ਵਿੱਚੋਂ ਉਹਦੇ ਜੀਵਨ ਦੀ ਕਲਾ ਪ੍ਰਗਟ ਹੋਈ। ਭਗਤ ਕਬੀਰ ਸਾਹਿਬ ਜੀ ਵਰਗੇ ਲੈ ਗਏ ਆਪਣੇ ਆਪ ਨੂੰ ਵਿਸ਼ਵਾਸ ਦੀ ਸਿਖਰ ਵਿੱਚ, ਉਦੋਂ ਹੀ ਕਲਾ ਪ੍ਰਗਟ ਹੋਈ ਜਦੋਂ ਜੰਜੀਰਾਂ 'ਚ ਬੰਨ੍ਹ ਕੇ ਬੇੜੀ ਅੱਗੇ ਗੰਗਾ ਦੇ ਵਿੱਚ ਸੁੱਟ ਦਿੱਤਾ ਗਿਆ, ਜੰਜੀਰਾਂ ਨਾਲ ਬੰਨ੍ਹ ਕੇ, ਉਦੋਂ ਹੀ ਕਲਾ ਪ੍ਰਗਟ ਹੋਈ ਭਗਤ ਨਾਮਦੇਵ ਜੀ ਦੀ, ਜਦੋਂ ਹਾਥੀ ਵੀ ਨਮਸਕਾਰ ਕਰਨ ਲੱਗ ਪਿਆ। ਇਸ ਕਰਕੇ ਅਗਸਟਾਈਨ ਨੇ ਕਿਹਾ ਕਿ ਸਾਡੇ ਵਿਸ਼ਵਾਸ ਕਰਨ ਦਾ ਮਤਲਬ ਇਹ ਹੈ ਕਿ ਜੋ ਅਸੀਂ ਵਿਸ਼ਵਾਸ ਕਰਦੇ ਹਾਂ ਉਹਨੂੰ ਅਸੀਂ ਤੱਕ ਸਕੀਏ, ਇਸ ਕਰਕੇ ਵਿਸ਼ਵਾਸ 'ਚ ਰਹਿਣਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਸਾਈਂ ਮੁਝੈ ਨਾ ਦੇਹ, ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਨੇ ਸਾਈਂ ਮੁਝੈ ਨਾ ਦੇਹ, ਜੇ ਤੂੰ ਇਹ ਵੈ ਰਖਸੀ। ਫਿਰ ਅੱਗੇ ਮਾਲਕ 'ਤੇ ਹੀ ਗੱਲ ਛੱਡ ਦਿੰਦੇ ਨੇ, ਇਹ ਨਹੀਂ ਕੋਈ ਆਪਣਾ ਦਾਅਵਾ ਜਤਾਉਂਦੇ ਨੇ। ਸੰਸਾਰੀ ਬੰਦੇ ਦੀ ਜਿਹੜੀ ਅਦਰ ਦੇ ਉੱਪਰ ਐਗਜ਼ਿਸਟੈਂਸ ਜਿਹੜੀ ਬੇਸ ਕਰ ਰਹੀ ਹੁੰਦੀ ਹੈ, ਉਹਦੇ ਵਿੱਚ ਕਈ ਵਾਰੀ ਦਾਅਵਾ ਵੀ ਹੁੰਦਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਵੀ ਅਸੀਂ ਨਹੀਂ ਇਹਦੇ ਵਿੱਚ ਕੋਈ ਦਾਅਵਾ ਕਰਦੇ, ਗੱਲ ਇਵੇਂ ਹੈ ਜੇ ਤੂੰ ਇਹ ਵੈ ਰਖਸੀ, ਕਿ ਜੇ ਤੈਨੂੰ ਲੱਗਦਾ ਕਿ ਇੰਝ ਹੀ ਰੱਖਣਾ ਇਹਨੂੰ ਮੁਥਾਜ ਬਣਾ ਕੇ, ਕਹਿੰਦੇ ਜੀਓ ਸਰੀਰੋਂ ਲਈ, ਤਾਂ ਫਿਰ ਆਹ ਜੀਵਨ ਵੀ ਸਮਾਪਤ ਹੋ ਜਾਣਾ ਚਾਹੀਦਾ। ਕਿ ਜਦੋਂ ਤੂੰ ਪਹਿਲਾਂ ਆਪਣੇ ਸਰੂਪ ਦਾ ਗਿਆਨ ਦੇ ਦਿੱਤਾ, ਆਪਣੀ ਸਮਰੱਥਾ ਦੇ ਬਾਰੇ ਸਾਨੂੰ ਭਰੋਸਾ ਦੇ ਦਿੱਤਾ, ਅਤੇ ਉਸ ਭਰੋਸੇ ਤੋਂ ਬਾਅਦ ਉਹਨੂੰ ਹੁਣ ਪੂਰਾ ਕਰਕੇ ਧਰਤੀ 'ਤੇ ਉਹਦਾ ਨਿਜ਼ਾਮ ਪ੍ਰਗਟ ਕਰ, ਅਧੂਰਾਪਣ ਸਾਨੂੰ ਨਹੀਂ ਚਾਹੀਦਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਨੇ ਜੀਓ ਸਰੀਰੋਂ ਲਈ, ਆਹ ਸਰੀਰ ਇਹ ਸਾਰਾ ਕੁਝ ਇੰਝ ਦਾ ਇੰਝ ਵਾਪਸ ਲੈ ਲੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਜ਼ਿਕਰ ਕਰਦੇ ਹਨ, ਉਹਨਾਂ ਦੇ ਜੀਵਨ ਦੀਆਂ ਬੜੀਆਂ ਗਹਿਰਾਈਆਂ ਨੇ। ਬਾਬਾ ਫਰੀਦ ਸਾਹਿਬ ਜੀ ਦਾ ਉਹਨਾਂ ਦੇ ਸਾਰੇ ਜੀਵਨ 'ਚ ਐਡਾ ਵੱਡਾ ਪ੍ਰਭਾਵ ਸੀ ਕਿ ਬਾਬਾ ਫਰੀਦ ਸਾਹਿਬ ਜੀ ਬਾਦਸ਼ਾਹ ਤੋਂ ਵੀ ਉੱਪਰ ਗਿਣੇ ਜਾਂਦੇ ਸੀ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਜੀਓ ਸਰੀਰ ਹੋ ਲੇਹ, ਅਤੇ ਇਹ ਜੀਵਨ ਚਲਿਆ ਜਾਣਾ ਚਾਹੀਦਾ, ਪਰ ਕਦੇ ਬਗਾਨੇ ਦੁਆਰ ਦੀ, ਬਗਾਨੇ ਪਰ ਦੀ ਜਿਹੜੀ ਹੈ ਮਨ 'ਚ ਚਾਹਤ ਨਹੀਂ ਪੈਦਾ ਹੋਣੀ ਚਾਹੀਦੀ। ਇਸ ਕਰਕੇ ਜੁਨੈਦ ਬਗਦਾਦੀ ਨੇ ਇੱਕ ਵਾਰੀ ਕਿਹਾ ਸੀ, ਕਹਿਣ ਲੱਗਾ ਕਿ ਦੁਨੀਆ ਦੇ ਨਾਲ ਚੱਲਣ ਦਾ ਇੱਕ ਵੱਡਾ ਨੁਕਸਾਨ ਹੁੰਦਾ, ਮੁੜ ਕੇ ਦੁਨੀਆ ਅੰਦਰੋਂ ਖਾਲੀ ਨਹੀਂ ਹੁੰਦੀ। ਮਤਲਬ ਜਿੰਨਿਆਂ ਨਾਲ ਰਾਬਤਾ ਬਣਦਾ ਮੁੜ ਕੇ ਉਹ ਰਾਬਤਾ ਟੁੱਟਦਾ ਨਹੀਂ, ਕਿਸੇ ਲੋੜ ਕਰਕੇ, ਕਿਸੇ ਦੁੱਖ ਕਰਕੇ, ਕਿਸੇ ਸਨੇਹ ਕਰਕੇ। ਕਹਿੰਦਾ ਦੁਨੀਆ ਦਾ ਇਹੀ ਵੱਡਾ ਨੁਕਸਾਨ ਹੈ, ਮੁੜ ਕੇ ਖਾਲੀ ਹੁੰਦੀ, ਅੰਦਰੋਂ ਨਿਕਲਦੀ ਨਹੀਂ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਜੀਓ ਸਰੀਰੋਂ ਲੈ। ਗੁਰਬਾਣੀ 'ਚ ਵੀ ਵਾਕ ਆਉਂਦੇ ਨੇ, ਸਤਿਗੁਰੂ ਸਾਹਿਬ ਜੀ ਇਸ ਪ੍ਰਕਾਰ ਬਖਸ਼ਿਸ਼ ਕਰਦੇ ਬਾਬਾ ਫਰੀਦ ਸਾਹਿਬ ਜੀ ਕਿ ਜੇ ਤੂੰ ਇਹ ਵੈ ਰਖਸੀ। ਦੋਵੇਂ ਹਾਲਾਤਾਂ ਉਹਦੇ ਅੱਗੇ ਰੱਖੀਆਂ ਹੋਈਆਂ ਨੇ, ਆਪਣਾ ਕੁਝ ਵੀ ਨਹੀਂ ਹੈ। ਪਹਿਲਾ ਹੈ ਕਿ ਜੇ ਆਪਣਾ ਸਰੂਪ, ਆਪਣੀ ਸਮਰੱਥਾ ਦੇ ਦਿੱਤੀ ਅਤੇ ਉਹੀ ਭਰੋਸੇ ਵਾਲਾ ਜੀਵਨ ਜਿਉਣ ਦੀ ਚਾਹਤ ਸਾਡੀ ਹੈ, ਉਹਨੂੰ ਹੀ ਪੂਰਾ ਕਰ। ਜੇ ਨਹੀਂ ਕਰ ਸਕਦਾ ਮਾਲਕ, ਤਾਂ ਜੀਵਨ ਵੀ ਤੇਰਾ ਦਿੱਤਾ ਹੋਇਆ ਪੂਰੇ ਦਾ ਪੂਰਾ ਵਾਪਸ ਲੈ ਲੈ। ਐਡਾ ਵੱਡਾ ਜਿਹੜੇ ਫਕੀਰ ਦੇ ਜੀਵਨ ਦੀ ਸਿਧਾਂਤਕ ਉਚਾਈ ਹੁੰਦੀ ਹੈ। ਇਸ ਕਰਕੇ ਇਹਦੇ ਵਿੱਚੋਂ ਭੇਟ ਬਣੀ ਹੋਈ ਹੈ। ਉਹ ਜਿਹੜਾ ਸ਼ਬਦ ਬਣਿਆ ਉਹ ਬੜਾ ਕਮਾਲ ਦਾ ਹੈ ਕਿ ਤੁਸੀਂ ਉਹਨੂੰ ਕੁਝ ਨਹੀਂ ਦੇ ਸਕਦੇ, ਉਹਦੀ ਸਿਧਾਂਤਕ ਉਚਾਈ ਨੂੰ ਤੁਸੀਂ ਕੁਰੇਦ ਨਹੀਂ ਸਕਦੇ। ਉਹ ਕਦੇ ਇਸ ਤਲ 'ਤੇ ਆਵੇਗਾ ਵੀ ਨਹੀਂ, ਜੇ ਆਵੇਗਾ ਤਾਂ ਉਹਦੀ ਮੌਤ ਹੈ।
ਉਹਨੂੰ ਮੌਤ ਦੇ ਤਲ 'ਤੇ ਲਿਆਉਣ ਦੇ ਲਈ ਉਹਨੂੰ ਪਰਾਂ ਰੱਖੋ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਜੀਓ ਸਰੀਰੋਂ ਲੇ, ਤਾਂ ਕਰਕੇ ਕਿ ਉਹ ਜਦ ਜੀਵਨ ਦੇ ਵਿੱਚ ਇਸ ਅਕੀਦਤ ਤੋਂ ਨਾ ਡੋਲੇ। ਇਸੇ ਤਰ੍ਹਾਂ ਬਖਸ਼ਿਸ਼ ਕਰਦੇ ਹਨ ਕਿ ਜੇ ਤੂੰ ਇਹ ਵੈ ਰੱਖਸੀ ਜੀਓ ਸਰੀਰੋ ਰੇ, ਮਲ ਕੇ ਸਾਡੇ ਜੀਵਨ ਦਾ ਐਸਾ ਅਭਿਆਸ ਬਣਿਆ ਰਹੇ। ਕੰਧ ਕੁਹਾੜਾ ਸਿਰ ਕੜਾ, ਵਣ ਕੈ ਸਰ ਲੋਹਾਰ। ਬਾਬਾ ਫਰੀਦ ਸਾਹਿਬ ਜੀ ਵਣ ਵਿੱਚ ਰਹਿੰਦੇ ਸਨ, ਜੰਗਲ ਵਿੱਚ। ਤਾਂ ਸਵੇਰ ਵੇਲੇ ਇੱਕ ਲੋਹਾਰ ਜਿਹੜਾ ਸੀ ਚੱਲ ਆਇਆ ਉਸ ਜੰਗਲ ਦੇ ਵਿੱਚ। ਮੋਢੇ 'ਤੇ ਕੁਹਾੜਾ ਰੱਖ ਕੇ, ਸਿਰ 'ਤੇ ਪਾਣੀ ਦਾ ਘੜਾ ਜਿਹਾ ਰੱਖ ਕੇ। ਅਤੇ ਬਾਬਾ ਫਰੀਦ ਸਾਹਿਬ ਜੀ ਨੇ ਆਉਂਦਿਆਂ ਨੂੰ, ਬੈਠਿਆਂ ਨੂੰ ਦੇਖਿਆ ਅਤੇ ਉਹਨੂੰ ਲੱਗਿਆ ਕਿ ਇਹ ਵੀ ਕੋਈ ਲੱਕੜਹਾਰਾ ਹੈ। ਉਹ ਥੋੜ੍ਹਾ ਵਿਰੋਧ ਜਿਹਾ ਕਰਨ ਲੱਗ ਪਿਆ ਵੀ ਮੈਂ ਤਾਂ ਆਪ ਲੱਕੜਾਂ ਕੱਟਣ ਆਇਆ, ਕੋਲੇ ਬਣਾਉਣਾ ਹੈ ਲੱਕੜਾਂ ਦੇ, ਇਹ ਕੋਈ ਮੇਰੇ ਤੋਂ ਪਹਿਲਾਂ ਹੀ ਆ ਕੇ ਬੈਠਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਉਹਨੂੰ ਕਹਿੰਦੇ ਫਰੀਦਾ ਹਉ ਲੋੜੀ ਸੋ ਆਪਣਾ। ਕਹਿਣ ਲੱਗੇ ਭਰਾ, ਮੈਂ ਤਾਂ ਇੱਥੇ ਬਹਿ ਕੇ ਖੁਦਾ ਦੀ ਇਬਾਦਤ ਕਰ ਰਿਹਾ, ਮੈਂ ਤਾਂ ਇੱਥੇ ਇਕਾਂਤ ਦੇ ਵਿੱਚ ਆਪਣੇ ਆਪ ਨੂੰ ਸਾਧਣ ਦਾ ਯਤਨ ਕਰ ਰਿਹਾ, ਆਪਣੇ ਪ੍ਰੀਤਮ ਦੀ ਤਲਾਸ਼ ਕਰ ਰਿਹਾ। ਮੇਰਾ ਕੋਈ ਲੋਹਾਰ ਵਾਲਾ ਮੰਤਵ ਨਹੀਂ, ਅਸੀਂ ਤਾਂ ਆਪਣੇ ਪਿਰ ਦੀ ਤਲਾਸ਼ ਕਰ ਰਹੇ ਹਾਂ। ਤੂੰ ਲੋੜ ਇਹ ਅੰਗਿਆਰ, ਤੂੰ ਕੋਲੇ ਲੱਭਦਾ ਫਿਰਦਾ, ਸਾਨੂੰ ਇਹਨਾਂ ਜੰਗਲ ਦੀਆਂ ਲੱਕੜਾਂ ਕੋਲਿਆਂ ਦੇ ਨਾਲ ਕੋਈ ਮਤਲਬ ਨਹੀਂ, ਸਾਡਾ ਭਾਵ ਕੁਝ ਹੋਰ ਹੈ। ਇਹ ਸ਼ਲੋਕ ਵੀ ਬੜਾ ਗਹਿਰਾ ਆਪਣੇ ਆਪ ਦੇ ਵਿੱਚ। ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਕੰਧ ਕੁਹਾੜਾ ਸਿਰ ਕੜਾ, ਜ਼ਿਕਰ ਕਰਦੇ ਹਨ ਕਿ ਜੰਗਲ ਇੱਕ ਹੈ। ਦੁਨੀਆਦਾਰਾਂ ਦਾ ਅਰਥ ਜੁੜਿਆ ਹੋਇਆ ਹੈ ਕੇਵਲ ਪਦਾਰਥ ਕਲੋੜ ਤੱਕ, ਕਿ ਮੈਨੂੰ ਰੋਟੀ 2 ਪੇੜ ਵਕਤ ਦੀ ਚਾਹੀਦੀ ਹੈ, ਕਿੱਡੇ ਵੱਡੇ ਰੁੱਖ ਨੂੰ ਕੋਲੇ ਬਣਾ ਦੇਵਾਂ। ਕਹਿੰਦੇ ਇੱਕ ਪਾਸੇ ਦੁਨੀਆਦਾਰ ਹੈ ਜਿਹੜਾ ਜੰਗਲ ਵਿੱਚ ਆਇਆ ਹੋਇਆ, ਅਤੇ ਉਹ ਜੰਗਲ ਦੇ ਸੁੰਦਰ ਰੁੱਖਾਂ ਨੂੰ, ਜਿਨ੍ਹਾਂ 'ਤੇ ਪੰਛੀ ਚਹਿ ਚਹਾਉਂਦੇ ਨੇ, ਜਿਨ੍ਹਾਂ ਕਰਕੇ ਜੰਗਲ ਦੀ ਇੱਕ ਬਹਾਰ ਹੈ, ਜਿਨ੍ਹਾਂ ਕਰਕੇ ਜੰਗਲ ਦੀ ਖੁਸ਼ਹਾਲੀ ਮਨੁੱਖਾਂ ਨੂੰ ਸਕੂਨ ਦਿੰਦੀ ਹੈ, ਉੱਥੇ ਦੁਨੀਆਦਾਰ ਆਏ ਹਨ ਆਪਣਾ ਕੁਹਾੜਾ ਲੈ ਕੇ, ਘੜਾ ਲੈ ਕੇ, ਲੋਹਾਰ ਵਾਂਗ। ਕਹਿੰਦੇ ਉਹਨੂੰ ਜਿਹੜਾ ਹੈ ਕੋਲੇ ਬਣਾਉਣ 'ਤੇ ਤੁਲੇ ਹੋਏ ਹਨ। ਦੂਜੇ ਪਾਸੇ ਇੱਕ ਜਿਹੜਾ ਭਗਤ ਹੈ ਉਹ ਜੰਗਲ ਨੂੰ ਸੁਹਾਵਣਾ ਬਣਾ ਰਿਹਾ, ਕਿਉਂਕਿ ਉਹ ਜੰਗਲ ਵਿੱਚ ਬੈਠ ਕੇ ਵੀ ਭਗਤੀ ਕਰ ਰਿਹਾ। ਇਹਦੇ ਵਿੱਚ ਇਹ ਬੜਾ ਵੱਡਾ ਸਿਵਲਾਈਜੇਸ਼ਨ ਐਂਡ ਭਗਤੀ ਥਾਟ ਦਾ ਡਿਫਰੈਂਸ ਇਹਦੇ ਵਿੱਚ ਬਾਬਾ ਫਰੀਦ ਸਾਹਿਬ ਜੀ ਨੇ, ਕਿ ਜਦੋਂ ਇੱਕ ਦੁਨੀਆਦਾਰ ਧਰਤੀ 'ਤੇ ਉਤਰਦਾ ਹੈ, ਉਹ ਆਪਣੇ ਹੰਕਾਰ ਦਾ ਕੁਹਾੜਾ ਸਿਰ 'ਤੇ ਚੁੱਕ ਲੈਂਦਾ ਹੈ, ਅਤੇ ਇਛਾਵਾਂ ਦਾ ਘੜਾ ਜਿਹੜਾ ਹੈ ਉਹ ਸਿਰ 'ਤੇ ਚੁੱਕ ਲੈਂਦਾ ਹੈ। ਫਿਰ ਇਛਾਵਾਂ ਦੇ ਘੜੇ ਨੂੰ ਪੂਰਾ ਕਰਨ ਦੇ ਲਈ ਅਹੰਕਾਰ ਦੇ ਜ਼ੋਰ ਨਾਲ ਆਪਣਾ ਕੁਹਾੜਾ ਚਲਾਉਂਦਾ ਹੈ, ਅਤੇ ਸਾਰੀ ਧਰਤੀ ਦਾ ਜੀਵਨ ਤਹਿਸ ਨਹਿਸ ਕਰਕੇ ਰੱਖ ਦਿੰਦਾ। ਹਰੇਕ ਉਹ ਮਾਡਲ ਜਿਹੜਾ ਮਨੁੱਖਤਾ ਨੂੰ ਸਕੂਨ ਦਿੰਦਾ ਉਹਨੂੰ ਤੋੜਦਾ ਹੈ। ਇਹ ਸ਼ਲੋਕ ਅੱਜ ਦੇ ਸਮੇਂ 'ਚ ਬੜਾ ਰੈਲੇਵੈਂਟ ਹੈ ਕਿ ਜਿਹੜਾ ਦੁਨੀਆਦਾਰਾਂ ਦਾ ਰੂਪ ਕੋ ਲੋਹਾਰ ਵਰਗਾ, ਕੁਹਾੜੇ ਵਰਗਾ ਇਹਨਾਂ ਚਲਾਉਣਾ ਹੈ, ਕੁਦਰਤੀ ਹੈ। ਆ ਜਿਹੜੇ ਇਹਨੂੰ ਅਸੀਂ ਕਾਰਪੋਰੇਟ ਆਖਦੇ, ਕੋਈ ਕਿਸੇ ਧਰਤੀ ਦਾ ਆਬਾਦ ਜੀਵਨ ਇਹਨਾਂ ਨੂੰ ਚੰਗਾ ਨਹੀਂ ਲੱਗਦਾ। ਇਹਨਾਂ ਨੂੰ ਲੱਗਦਾ ਇਹ ਉਦੋਂ ਹੀ ਚੰਗਾ ਜਦੋਂ ਸਾਡੇ ਅਧੀਨ ਹੋਇਆ। ਇਸ ਕਰਕੇ ਪੂਰੀ ਦੁਨੀਆ ਤਰਾਹ ਕਰ ਰਹੀ ਹੈ। ਕਦੇ ਕੈਪੀਟਲਸ ਥਾਟ ਦੀ ਕ੍ਰਾਈਸਿਸ ਪੜ੍ਹੋ ਵਰਲਡ ਦੇ ਵਿੱਚ, ਇਕੱਲਾ ਸਾਨੂੰ ਭਾਰਤ ਪੰਜਾਬ ਨਹੀਂ ਲੱਗੇਗਾ, ਅਮਰੀਕਾ ਦਾ ਬੰਦਾ ਵੀ ਰੋ ਰਿਹਾ ਕਿ ਕਾਰਪੋਰੇਟ ਨੇ ਮੇਰੇ ਜੀਵਨ ਨੂੰ ਉਹ ਘੜੇ ਦੀ ਮੱਛੀ ਬਣਾ ਕੇ ਰੱਖ ਦਿੱਤਾ। ਉਹ ਕੀ ਹੈ? ਕੰਧ ਕੁਹਾੜਾ ਸਿਰ ਕੜਾ। ਉਹਨੂੰ ਹੈ ਕਿ ਧਰਤੀ ਦਾ ਜਿੱਥੇ ਵੀ ਚੱਲ ਰਿਹਾ ਹੈ ਉਹ ਹੋਂਦ ਮੇਰੇ ਅੰਡਰ ਹੋਣੀ ਚਾਹੀਦੀ, ਉਹ ਜਿਸ ਤਰ੍ਹਾਂ ਮਰਜ਼ੀ ਉਜਾੜ ਨਹੀਂ ਪਵੇ, ਜਿਸ ਢੰਗ ਦੇ ਨਾਲ ਮਰਜ਼ੀ ਉਜਾੜ ਨਹੀਂ ਪਵੇ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਭਗਤ ਧਰਤੀ 'ਤੇ ਉਤਰਦਾ ਹੈ ਅਤੇ ਸੰਸਾਰ ਨੂੰ ਸੁਹਾਵਣਾ ਬਣਾ ਦਿੰਦਾ ਹੈ। ਉਹ ਜੀਵਾਂ ਦੇ ਅੰਦਰ ਮੁਹੱਬਤ ਪੈਦਾ ਕਰਦਾ, ਜੀਵਾਂ ਦੇ ਅੰਦਰ ਬੰਦਗੀ ਦੀ ਚਾਹਤ ਪੈਦਾ ਕਰਦਾ, ਜੀਵਾਂ ਦੇ ਅੰਦਰ ਸੰਤੋਖ ਦਾ, ਧਰਮ ਦੇ ਗੁਣਾਂ ਦਾ ਕੀਮਤੀ ਧਨ ਨਾਜ਼ਲ ਕਰਦਾ ਹੈ। ਦੂਜੇ ਪਾਸੇ ਜਿਹੜੇ ਦੁਨੀਆਦਾਰ ਹਨ, ਇਹ ਦੁਨੀਆ ਦੀ ਜਿਤਨੀ ਮਾਲਕ ਦੀ ਰਚੀ ਖੂਬਸੂਰਤੀ ਹੈ ਇਹਨੂੰ ਤਰਾਹ ਕਰਨ 'ਤੇ ਲੱਗੇ ਹੋਏ ਹਨ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਮੈਂ ਲੋਹਾਰ ਵਰਗਾ ਨਹੀਂ, ਮੈਂ ਤਾਂ ਆਪਣੇ ਫਿਰ ਮਾਲਕ ਦੀ ਖੋਜ ਲਈ ਬੈਠਾ ਹੋਇਆ, ਅਤੇ ਜੰਗਲ ਵੀ ਪੂਜਿਆ ਜਾਏਗਾ, ਇਸ ਜੰਗਲ ਨੂੰ ਸੰਭਾਲ ਲਿਆ ਜਾਏਗਾ। ਪਰ ਕਹਿੰਦੇ ਜਿਹੜਾ ਤੇਰੇ ਕੋਲੋਂ ਜੰਗਲ ਆ ਗਿਆ, ਤੈਨੂੰ ਸਿਰਫ ਇੰਨਾ ਹੀ ਪਤਾ ਕਿ ਉਹਦੇ ਕੋਲੇ ਬਣਾਏ ਜਾ ਸਕਦੇ। ਤੇਰੀ ਦ੍ਰਿਸ਼ਟੀ ਇੰਨੀ ਕਿ ਤੂੰ ਦੁਨੀਆਦਾਰ ਹੈ ਪੂਰੇ ਦਾ ਪੂਰਾ, ਮੈਂ ਇਬਾਦਤਗਾਰ ਹਾਂ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਉ ਲੋੜੀ ਸੋ ਆਪਣਾ, ਤੂੰ ਲੋੜੇ ਅੰਗਿਆਰ। ਤੇਰੀ ਅਤੇ ਮੇਰੀ ਤਲਾਸ਼ ਦੇ ਵਿੱਚ ਫਰਕ ਹੈ। ਆਏ ਦੋਵੇਂ ਜੰਗਲ 'ਚ ਹਾਂ, ਆਏ ਦੋਵੇਂ ਦੁਨੀਆ ਦੇ ਵਿੱਚ ਆ, ਪਰ ਤੇਰੀ ਅਤੇ ਮੇਰੀ ਦੌੜ ਦੇ ਵਿੱਚ ਬੜਾ ਫਰਕ ਹੈ। ਇਸੇ ਤਰ੍ਹਾਂ ਜ਼ਿਕਰ ਕਰਦੇ ਹਨ ਫਰੀਦਾ ਕੰਧ ਕੁਹਾੜਾ ਸਿਰ ਕੜਾ, ਵਣ ਕੈ ਸਰ ਲੋਹਾਰ। ਉਹ ਲੋਹਾਰ ਨੂੰ ਕਾਲ ਦੇ ਰੂਪ ਵਿੱਚ ਚਿਤਵਦੇ ਹਨ ਬਾਬਾ ਫਰੀਦ ਸਾਹਿਬ ਜੀ, ਅਤੇ ਆਖਦੇ ਹਨ ਕਿ ਸਿਰ ਉੱਪਰ ਤੇਰੇ ਕਾਲ ਰੂਪ ਘੜਾ ਹੈ, ਅਤੇ ਜਿਹੜਾ ਕਾਲ ਰੂਪ ਕੜਾ ਹੈ ਅਤੇ ਕਾਲ ਰੂਪ ਕੁਹਾੜਾ ਹੈ,
ਤੇ ਹੁਕਮ ਰੂਪ ਜਿਹੜਾ ਤੇਰੇ ਸਿਰ ਤੇ ਕੜਾ ਹੈ ਤੇ ਸੰਸਾਰ ਤੇਰੇ ਲਈ ਜੰਗਲ ਵਾਂਗ ਹੈ। ਹੇ ਕਾਲ, ਤੂੰ ਜਿਹੜੇ ਮਰਜ਼ੀ ਜੀਵਾਂ ਨੂੰ ਸਾਰਿਆਂ ਨੂੰ ਵੱਢਦਾ ਚਲੀ ਜਾ ਰਿਹਾ ਹੈ, ਪਰ ਸਾਡਾ ਇਸ ਸੰਸਾਰ ਵਿੱਚ ਰਹਿਣ ਦਾ ਮਕਸਦ ਇਸ ਸਰੀਰ ਵਿੱਚ ਰਹਿ ਕੇ ਕਾਲ ਦੀ ਮਾਰ ਹੇਠ ਰਹਿ ਕੇ ਮੌਤ ਦੇ ਦਾਇਰੇ ਵਿੱਚ ਵਿਚਰਦਿਆਂ ਹੋਇਆਂ ਉਸ ਮਾਲਕ ਦੀ ਤਲਾਸ਼ ਕਰਨੀ ਹੈ। ਨਾ ਅਸੀਂ ਦੁਨੀਆਦਾਰਾਂ ਵਾਂਗ ਮਾਇਆ ਦੇ ਵਗਦੇ ਹੋਏ ਕੋਲਿਆਂ ਦੇ ਮਗਰ ਨਹੀਂ ਭੱਜ ਰਹੇ। ਮਤਲਬ ਕਾਲ ਨੂੰ ਸੰਬੋਧਿਤ ਹੋ ਰਹੇ ਨੇ ਬਾਬਾ ਫਰੀਦ ਸਾਹਿਬ ਜੀ ਕਿ ਤੂੰ ਦੁਨਿਆਵੀ ਬੰਦਿਆਂ ਨੂੰ ਖਤਮ ਕਰਨ ਦੇ ਲਈ ਇੱਥੋਂ ਲਿਜਾਣ ਲਈ ਆਇਆ ਹੈ ਕੋਲੇ ਬਣਾ ਬਣਾ ਕੇ, ਪਰ ਅਸੀਂ ਇੱਥੇ ਦੁਨੀਆਦਾਰਾਂ ਵਾਂਗ ਨਹੀਂ ਗੁਜ਼ਰ ਰਹੇ। ਸਾਡਾ ਇੱਥੇ ਜੀਵਨ ਬਣਿਆ ਹੋਇਆ ਇਬਾਦਤ ਵਾਲਾ, ਅਤੇ ਅਸੀਂ ਇਸ ਸੰਸਾਰ ਦੇ ਵਿੱਚ ਰਹਿ ਕੇ ਆਪਣੇ ਮਾਲਕ ਦੇ ਪਰਮ ਸਰੂਪ ਦੀ ਤਲਾਸ਼ ਕਰ ਰਹੇ ਹਾਂ, ਆਪਣੇ ਅੰਦਰੋਂ ਆਪਣੇ ਬਾਹਰੋਂ। ਤੂੰ ਲੋੜ ਇਹ ਅੰਗਿਆਰ, ਤੂੰ ਕਾਲ ਦੇ ਰੂਪ ਵਿੱਚ ਲੱਭਦਾ, ਸਾਡਾ ਜੀਵਨ ਉਵੇਂ ਦਾ ਨਹੀਂ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਨੇ ਬੜਾ ਗਹਿਰਾ ਭਾਵ ਰੱਖਿਆ, ਕੰਧ ਕੁਹਾੜਾ ਸਿਰ ਕੜਾ। ਹੁਣ ਇਸ ਕਰਕੇ ਗੁਰਬਾਣੀ ਦੀ ਵਿਆਖਿਆ ਕਈ ਵਾਰੀ ਜ਼ਿਕਰ ਲੱਗਦਾ ਹੈ ਕਿ ਬੜੇ ਵਸੀਹ ਪੱਖਾਂ ਤੋਂ ਹੋਣੀ ਚਾਹੀਦੀ ਹੈ, ਪਰ ਸਾਡੇ ਸਾਈਕੀ ਦੇ ਪੈਟਰਨ ਐਡੇ ਡਿਵੈਲਪ ਨਹੀਂ ਹੈਗੇ ਕਿ ਸਾਨੂੰ ਸਮਝ ਲੱਗ ਸਕੇ ਕਿ ਬਾਬਾ ਫਰੀਦ ਸਾਹਿਬ ਜੀ ਨੇ ਜਿਹੜੀਆਂ ਅੱਜ ਕੱਲ੍ਹ ਸਮੱਸਿਆਵਾਂ ਚੱਲ ਰਹੀਆਂ ਨੇ, ਇਹ ਸ਼ਲੋਕ ਉਹਨਾਂ ਦੇ ਨਾਲ ਪੂਰਾ ਜਿਹੜਾ ਇਨ ਟਿਊਨ ਹੈ ਕਿ ਜਦੋਂ ਇੱਕ ਦੁਨੀਆਦਾਰ ਜਿਹਦੇ ਅੰਦਰੋਂ ਗਿਆਨ ਉੱਡ ਜਾਂਦਾ, ਜਿਹਦੇ ਅੰਦਰੋਂ ਪਰਮੇਸ਼ਰ ਦਾ ਭਰੋਸਾ, ਪਰਮੇਸ਼ਰ ਦੀ ਹਸਤੀ ਦੀ ਸਰਵਉੱਚਤਾ ਉੱਡ ਜਾਂਦੀ ਹੈ, ਫਿਰ ਉਹ ਜੰਗਲ ਨੂੰ, ਦੁਨੀਆ ਦੀ ਜਿਹੜੀ ਆਬਾਦ ਹੈ, ਉਹਨੂੰ ਫਿਰ ਕਿਵੇਂ ਉਜਾੜਦਾ ਹੈ ਅਤੇ ਭਗਤ ਉਹਨੂੰ ਫਿਰ ਕਿਵੇਂ ਵਸਾਉਂਦਾ ਹੈ। ਬਾਬਾ ਫਰੀਦ ਸਾਹਿਬ ਜੀ ਉਜਾੜ ਵਿੱਚੋਂ ਆਏ ਸਨ, ਉੱਜੜ ਕੇ ਆਏ ਸਨ ਇੱਧਰ, ਪਰ ਉੱਜੜਨ ਤੋਂ ਬਾਅਦ ਭਾਰਤ ਦੀ ਧਰਤੀ ਆਬਾਦ ਕਰ ਦਿੱਤੀ। ਇੱਕ ਪਾਸੇ ਜਿਹੜਾ ਦੁਨੀਆਦਾਰ ਹੈ ਇੱਧਰ ਉੱਜੜ ਕੇ ਜਾਂਦਾ, ਉੱਧਰ ਦੀ ਦੁਨੀਆ ਨੂੰ ਵੀ ਉਜਾੜਦਾ ਹੈ। ਦੇਖ ਲੈਣਾ ਜਿਹੜਾ ਪ੍ਰਵਾਸ ਦਾ ਨੁਕਤਾ ਇਹਦੇ ਵਿੱਚੋਂ ਬੜਾ ਠੀਕ ਸਮਝ ਆ ਸਕਦਾ। ਉੱਧਰਲੀ ਧਰਤੀ ਨੂੰ ਵੀ ਉਜਾੜਿਆ, ਜੇ ਵਸਾਇਆ ਤਾਂ ਬਸ ਇਸ ਨੁਕਤੇ ਤੋਂ ਕਿ ਉੱਥੇ ਮਕਾਨ ਪਾਲੇ ਨੇ, ਬਾਕੀ ਨੁਕਤਿਆਂ ਤੋਂ ਤਾਂ ਉਜਾੜਿਆ ਹੀ ਹੈ ਉੱਧਰ ਨੂੰ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਫਰੀਦਾ ਹਉ ਲੋੜੀ ਸੋ ਆਪਣਾ। ਸਾਡਾ ਜੰਗਲ ਵਿੱਚ ਬੈਠਣ ਦਾ ਮਕਸਦ ਮਾਲਕ ਦੀ ਬੰਦਗੀ ਦੇ ਨਾਲ ਉਹਦੇ ਵਿੱਚ ਅਭੇਦ ਹੋਣਾ ਹੈ। ਤੂੰ ਲੋੜੇ ਅੰਗਿਆਰ, ਕਹਿੰਦੇ ਤੂੰ ਆਪਣਾ ਕੰਮ ਕਰੀ ਜਾ, ਅਸੀਂ ਆਪਣਾ ਕੰਮ ਕਰੀ ਜਾਂਦੇ ਹਾਂ। ਸਮਾਂ ਆਪੇ ਨਿਤਾਰਾ ਕਰ ਦੇਗਾ ਕਿ ਕਿਹਦਾ ਕਰਮ ਜਿਹੜਾ ਹੈ ਸਰਵੋਤਮ ਹੈ। ਇਸ ਪ੍ਰਕਾਰ ਬਾਬਾ ਫਰੀਦ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਿਰਪਾ ਕਰਨ। ਸ਼ਲੋਕਾਂ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਆਪ ਜੀ ਦੇ ਸਨਮੁਖ ਲੜੀਵਾਰ ਵਿਆਖਿਆ ਦਾ ਯਤਨ ਰੱਖਦਿਆਂ ਹੋਈਆਂ ਬੇਅੰਤ ਪੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।